ਸਤਿ ਸ੍ਰੀ ਅਕਾਲ। ਤੁਸੀਂ ਲੋਕਰਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਕਿਸਾਨੀ ਅੰਦੋਲਨ ਦੇ ਵਿਚਾਲੇ ਹੁਣ ਸਵਾਲ ਇਹ ਉੱਠਦਾ ਹੈ ਕਿ ਸੁਪਰੀਮ ਕੋਰਟ ਨੇ ਤਾਂ ਜੋ ਕੁਝ ਕਰਨਾ ਸੀ ਉਹ ਕਰ ਦਿੱਤਾ, ਕਿਸਾਨਾਂ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ। ਹੁਣ ਲੋਕ ਇਹ ਪੁੱਛਦੇ ਨੇ ਕਿ ਆਖਿਰਕਾਰ ਖੇਤੀ ਕਾਨੂੰਨਾਂ ਦੇ ਉੱਤੇ ਕਿਸਾਨ ਅੜੇ ਕਿਉਂ ਹੋਏ ਨੇ, ਕਿਸਾਨਾਂ ਦੀ ਜ਼ਿੱਦ ਕਿਸ ਗੱਲ ਦੀ ਹੈ। ਮੰਨ ਜਾਣਾ ਚਾਹੀਦਾ ਜੇਕਰ ਸੋਧਾਂ ਹੋਣ ਤਾਂ ਮੰਨ ਜਾਣਾ ਚਾਹੀਦਾ ਸੋਧਾਂ ਦੇ ਉੱਤੇ, ਪਰ ਦੂਜੀ ਗੱਲ ਇਹ ਕਿ ਕੀ ਕੋਈ ਇਹ ਸੋਚਦਾ ਕਿ ਆਖਿਰਕਾਰ ਖੇਤੀ ਕਾਨੂੰਨਾਂ ਦੇ ਨਾਲ ਜਦੋਂ ਗੱਲ ਹੁੰਦੀ ਹੈ ਖੇਤੀ ਸੰਕਟ ਦੀ, ਜਦੋਂ ਗੱਲ ਹੁੰਦੀ ਹੈ ਖੇਤੀ ਸੈਕਟਰ ਦੀ, ਕਿ ਕਾਰਪੋਰੇਟ ਘਰਾਣਿਆਂ ਦੀ ਖੇਤੀ ਸੈਕਟਰ ਦੇ ਉੱਤੇ ਨਜ਼ਰ ਕਿਉਂ ਹੈ। ਇੱਕ ਅਹਿਮ ਸਵਾਲ ਉੱਠਦਾ ਕਿ ਉਹ ਇਸ ਨੂੰ ਕਿਉਂ ਹਥਿਆਉਣਾ ਚਾਹੁੰਦੇ ਨੇ, ਕਿਉਂ ਇਸ ਦੇ ਵਿੱਚ ਆਉਣਾ ਚਾਹੁੰਦੇ ਨੇ, ਕਾਰਨ ਕੀ ਹੈ ਇਹਦੇ ਪਿੱਛੇ, ਕਿੰਨਾ ਕੁ ਸਰਮਾਇਆ ਹੈ ਖੇਤੀ ਸੈਕਟਰ ਦੇ ਵਿੱਚ, ਉਸ ਸਭ ਦੇ ਉੱਤੇ ਗੱਲਬਾਤ ਕਰਾਂਗੇ। ਦੂਜੀ ਗੱਲ ਕਿ ਕਿਸਾਨੀ ਸੰਘਰਸ਼ ਦੀ ਹੁਣ ਜਿਹੜੀ ਉਹ ਦਿਸ਼ਾ ਹੈ ਉਹ ਕਿਸ ਤਰ੍ਹਾਂ ਦੀ ਰਹਿਣੀ ਚਾਹੀਦੀ ਹੈ, ਕੀ ਕੁਝ ਹੋਣਾ ਚਾਹੀਦਾ ਹੈ। ਹਾਲਾਂਕਿ ਫੈਸਲਾ ਜਿਹੜਾ ਉਹ ਜਥੇਬੰਦੀਆਂ ਦਾ ਹੁੰਦਾ ਹੈ, ਪਰ ਮਾਹਰਾਂ ਦੀ ਜਿਹੜੀ ਰਾਏ ਹੈ ਉਹ ਸੁਣਨੀ ਲਾਜ਼ਮੀ ਹੋ ਜਾਂਦੀ ਹੈ। ਸਰ, ਤੁਹਾਡਾ ਸਵਾਗਤ ਹੈ ਲੋਕਰਣ ਚੈਨਲ ਤੇ। ਸ਼ੁਕਰੀਆ ਜੀ, ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਮੇਰਾ ਉਹੀ ਸਵਾਲ ਹੈ ਕਿ ਖੇਤੀ ਸੈਕਟਰ ਦੇ ਉੱਤੇ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਹੈ ਉਹ ਨਜ਼ਰ ਕਿਉਂ ਰਹਿੰਦੀ ਹੈ, ਕਿਉਂ ਹੈ, ਹੁਣ ਕਿਉਂ ਹੈ, ਕਾਰਨ ਕੀ ਹੈ ਇਸ ਗੱਲ ਦਾ? ਸੁਖਵਿੰਦਰ ਜੀ, ਦਰਅਸਲ ਜਦ ਅਸੀਂ ਦੇਖਦੇ ਹਾਂ ਜਿਹੜਾ ਸਰਮਾਏਦਾਰੀ ਦਾ ਯੁੱਗ ਆਇਆ, ਜਿਹਨੂੰ ਕਹਿੰਦੇ ਨੇ ਇੰਡਸਟਰੀਅਲ ਰੈਵੋਲੂਸ਼ਨ, ਉਦਯੋਗਿਕ ਇਨਕਲਾਬ ਦਾ ਜਿਹੜਾ ਪਹਿਲਾ ਫੇਜ਼ ਸੀ, ਪਹਿਲਾ ਪੜਾਅ, ਉਹਦੇ ਵਿੱਚ ਇਹ ਸੀ ਕਿ ਕਾਰਖਾਨੇਦਾਰ ਕੱਚਾ ਮਾਲ ਲੈ ਕੇ ਪੱਕਾ ਮਾਲ ਤਿਆਰ ਕਰਦਾ ਸੀ ਤੇ ਏਜੰਸੀਆਂ ਰਾਹੀਂ, ਦੁਕਾਨਾਂ ਰਾਹੀਂ ਵੇਚਦਾ ਸੀ। ਉਹਦੇ ਵਿੱਚ ਕੱਚਾ ਮਾਲ ਵੇਚਣ ਵਾਲੇ ਨੂੰ ਵੀ 4 ਪੈਸੇ ਮਿਲ ਜਾਂਦੇ ਸੀ ਉਹਦੇ ਮੁਨਾਫੇ ਚੋਂ। ਪੱਕਾ ਮਾਲ ਜਦ ਤਿਆਰ ਕਰਦੇ ਸੀ ਕਿਸੇ ਨੂੰ ਮਜ਼ਦੂਰੀ ਮਿਲ ਜਾਂਦੀ ਸੀ। ਇਸ ਤੋਂ ਅੱਗੇ ਜਿਹੜਾ ਆਪਦਾ ਪੱਕਾ ਮਾਲ ਵੇਚਦਾ ਸੀ ਉਹਦੇ ਰਾਹੀਂ ਕਿਸੇ ਨੂੰ ਕੋਈ ਏਜੰਸੀ ਮਿਲ ਗਈ, ਕੋਈ ਦੁਕਾਨਦਾਰ ਨੇ ਵੇਚਦਾ, ਉਹਨੂੰ ਕਮਿਸ਼ਨ ਮਿਲ ਗਿਆ ਜਾਂ ਪੈਸੇ ਮਿਲ ਗਏ, ਮੁਨਾਫਾ ਮਿਲ ਗਿਆ। ਇਸ ਤਰ੍ਹਾਂ ਰੁਜ਼ਗਾਰ ਵੀ ਪੈਦਾ ਹੋਈ ਜਾਂਦਾ ਸੀ ਥੋੜ੍ਹਾ ਬਹੁਤਾ, ਤੇ ਲੋਕਾਂ ਨੂੰ ਤੇ ਕੁਛ ਮੁਨਾਫਾ ਕਮਾ ਕੇ ਹੋਰ ਕਾਰਖਾਨਾ ਲਾ ਲੈਂਦਾ ਸੀ। ਪਰ ਉਹ ਜਿਹੜੀਆਂ ਜਾਇਦਾਦਾਂ ਸੀ ਉਹਦੇ ਉੱਤੇ ਕਬਜ਼ਾ ਨਹੀਂ ਕਰਦਾ ਸੀ। ਹੁਣ ਜਿਹੜਾ ਕਾਰਪੋਰੇਟ ਮਾਡਲ ਹੈ, ਜਿਹੜਾ ਸਰਮਾਏਦਾਰੀ ਦਾ ਵਿਕਾਸ ਹੋਇਆ ਹੈ, ਉਹ ਅਗਲਾ ਪੜਾਅ ਆ ਗਿਆ। ਇਹਨੂੰ ਕਹਿੰਦੇ ਨੇ ਡਿਜੀਟਲ ਰੈਵੋਲੂਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਰੈਵੋਲੂਸ਼ਨ ਹੈ ਇਹ। ਪਹਿਲਾਂ ਡਿਜੀਟਲ ਆਇਆ, ਆਟੋਮੈਟਿਕ ਮਸ਼ੀਨਾਂ, ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਬਨੌਟੀ ਬੌਧਿਕਤਾ ਦਾ ਜਿਹੜਾ ਵਿਕਾਸ ਹੋ ਗਿਆ ਹੈ। ਉਹਦੇ ਵਿੱਚ ਜਿਹੜੇ ਉਹ ਸਰਮਾਏਦਾਰ ਸੀ, ਕਾਰਖਾਨੇਦਾਰ, ਉਹ ਵੱਡੇ ਕਾਰਪੋਰੇਟ ਬਣ ਗਏ। ਹੁਣ ਛੋਟੇ ਕਾਰਖਾਨੇ ਖਤਮ ਹੋਈ ਜਾ ਰਹੇ ਨੇ, ਜਿੰਨੇ ਅਸੀਂ ਦੇਖਾਂਗੇ ਆਲੇ ਦੁਆਲੇ। ਸੋ ਜਿਵੇਂ ਕਹਿੰਦੇ ਨਾ ਵੱਡੀ ਮੱਛੀ ਛੋਟੀ ਮੱਛੀ ਨੂੰ ਨਿਗਲਦੀ ਹੈ, ਉਹ ਕੰਮ ਹੋਇਆ ਹੋਇਆ। ਹੁਣ ਜਿਹੜੇ ਕਾਰਪੋਰੇਟ ਨੇ ਸੰਸਾਰ ਦੇ, ਉਹਦੇ 'ਚ ਭਾਰਤ ਦੇ ਕਾਰਪੋਰੇਟ ਵੀ ਨੇ, ਆਪਾਂ ਨੂੰ ਪਤਾ ਹੀ ਆ ਕਿੰਨੇ 119 ਹੋ ਚੁੱਕੇ ਨੇ ਹੁਣ। ਪਿੱਛੇ ਸਾਰੇ 75 76 ਸੀਗੇ। ਸੋ ਉਹ ਜਿਹੜੇ ਕਾਰਪੋਰੇਟ ਨੇ ਉਹਨਾਂ ਨੇ ਹੁਣ ਇਹ ਨਹੀਂ ਹੈ ਕਿ ਵੀ ਕੱਲਾ ਉਹਨਾਂ ਨੇ ਮਾਲ ਪੱਕਾ ਤਿਆਰ ਕਰਨਾ ਹੈ। ਹੁਣ ਉਹ ਕਹਿੰਦੇ ਨੇ ਵੀ ਜਿੱਥੇ ਕੱਚਾ ਮਾਲ ਪੈਦਾ ਹੁੰਦਾ ਉਹਦੇ ਉੱਤੇ ਵੀ ਸਾਡਾ ਕਬਜ਼ਾ ਹੋਵੇ, ਪੱਕੇ ਮਾਲ ਤੇ ਵੀ ਸਾਡਾ ਕਬਜ਼ਾ ਹੋਵੇ, ਜਿਹੜਾ ਉਹਦੀ ਵੇਚ ਵਟਕ ਆ ਉਹ ਤੇ ਵੀ ਸਾਡਾ ਹੀ ਕਬਜ਼ਾ ਹੋਵੇ। ਆਹ ਜਿਹੜਾ ਸਾਰਾ ਮਾਡਲ ਹੈ, ਇਸ ਮਾਡਲ 'ਚ ਉਹ ਦੁਨੀਆ ਦੇ ਸਾਰੇ ਜਿਹੜੀ ਜਾਇਦਾਦ ਹੈ ਉਹਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ। ਹੁਣ ਜਾਇਦਾਦ ਕਿੱਥੇ ਹੁੰਦੀ ਸੀ? ਪਹਿਲਾਂ ਜਾਇਦਾਦ ਜਿਹੜੀ ਜਾਂ ਤਾਂ ਸਰਕਾਰਾਂ ਕੋਲ ਸੀ ਤੇ ਜਾਂ ਵਿਅਕਤੀਆਂ ਕੋਲ ਸੀ। ਸਰਕਾਰਾਂ ਕੋਲ ਜਿਹੜੀ ਜਾਇਦਾਦ ਸੀ ਉਹ ਇਹਨਾਂ ਨੇ, ਭਾਰਤ ਦੇ ਕਾਰਪੋਰੇਟਾਂ ਨੇ ਕਬਜ਼ਾ ਕਰ ਲਿਆ। ਸਮੁੰਦਰਾਂ ਤੇ ਕਬਜ਼ਾ ਕਰ ਲਿਆ, ਮੱਛੀਆਂ ਫੜਨ ਦਾ ਕਬਜ਼ਾ ਹੋ ਗਿਆ, ਤੇਲ ਦਾ ਕਬਜ਼ਾ ਹੋ ਗਿਆ, ਗੈਸ ਦਾ ਕਬਜ਼ਾ ਹੋ ਗਿਆ। ਅਡਾਨੀ ਦੀ ਗੈਸ ਆ ਹੀ ਰਹੀ ਹੈ। ਤੇ ਇਹ ਅੰਤਰਿਕਸ਼ ਤੇ ਕਬਜ਼ਾ ਹੋ ਗਿਆ। BSNL ਤਾਂ ਹੀ ਟੁੱਟਿਆ, 2G 4G, ਹੁਣ ਤਾਂ ਪਤਾ ਨਹੀਂ 6-8G ਵੀ ਕਹਿ ਦੇਣਗੇ। ਤੇ ਫੇਰ ਜਿੱਥੋਂ ਤੱਕ ਸਵਾਲ ਹੈ ਵੀ ਜਿਹੜੇ ਹੈਗੇ ਨੇ ਜੰਗਲ, ਉਹਨਾਂ ਤੇ ਕਬਜ਼ਾ ਹੋ ਗਿਆ, ਪਹਾੜਾਂ ਤੇ ਕਬਜ਼ਾ ਹੋ ਗਿਆ, ਥੱਲੇ ਕਾਨਾਂ ਤੇ ਕਬਜ਼ਾ ਹੋ ਗਿਆ, ਧਰਤੀ ਚੋਂ ਜੋ ਕੁਛ ਨਿਕਲਣਾ ਸੀ ਉਹਦੇ ਉੱਤੇ ਵੀ ਕਬਜ਼ਾ ਹੋ ਗਿਆ, ਸਾਂਝੀਆਂ ਜ਼ਮੀਨਾਂ ਤੇ ਹੋ ਗਿਆ, ਸਿਹਤ, ਸਿੱਖਿਆ, ਆਪਾਂ ਨੂੰ ਪਤਾ ਪ੍ਰਾਈਵੇਟ ਹਸਪਤਾਲ ਚੱਲਦੇ ਨੇ, ਪ੍ਰਾਈਵੇਟ ਹੋਟਲਾਂ ਦੀਆਂ ਚੇਨਾਂ ਚੱਲਦੀਆਂ ਨੇ, ਹਵਾਈ ਅੱਡਿਆਂ ਤੇ ਕਬਜ਼ਾ ਹੋ ਗਿਆ, ਬੰਦਰਗਾਹਾਂ ਤੇ ਕਬਜ਼ਾ ਹੋ ਗਿਆ, ਰੇਲਵੇ ਸਟੇਸ਼ਨਾਂ ਤੇ ਕਬਜ਼ਾ ਹੋ ਗਿਆ। ਇਹ ਆਪਾਂ ਨੂੰ ਸਭ ਨੂੰ ਪਤਾ ਹੈ। ਇਹ ਪਿਛੇ 5-6-7 ਸਾਲਾਂ 'ਚ ਬਹੁਤ ਤੇਜ਼ੀ ਨਾਲ ਇਹਨਾਂ ਨੂੰ ਵੇਚ ਦਿੱਤਾ ਗਿਆ। ਇੱਕ ਲੈਵਲ ਤੇ ਇਹਨਾਂ ਨੂੰ ਰੋਕ ਵੀ ਆਈ ਸੀ। ਉਹਦੇ 'ਚ ਉੜੀਸਾ ਦੇ ਵਿੱਚ ਨਿਆਮਗਿਰੀ ਦੀਆਂ ਪਹਾੜੀਆਂ ਨੇ, ਉੱਥੇ ਅਡਾਨੀ ਗਰੁੱਪ ਗਿਆ ਸੀ। ਉੱਥੇ ਬੌਕਸਾਈਟ ਨਾਂ ਦੀ ਇੱਕ ਧਾਤ ਹੈ ਧਰਤੀ ਦੇ ਵਿੱਚ, ਉਹ ਗਿਆ ਸੀ ਉੱਥੇ ਵੀ ਅਸੀਂ ਕੱਢ ਲੈਣੀ ਹੈ। ਤੇ ਉਹਦੇ ਉੱਤੇ ਉੱਥੋਂ ਦੀਆਂ ਪੰਚਾਇਤਾਂ ਨੇ ਮਨਾ ਕਰਤਾ ਵੀ ਅਸੀਂ ਨਹੀਂ ਦੇਣ ਦੇਣੀ ਆਪਦੀ ਜ਼ਮੀਨ। ਤੇ ਉਹ ਰੌਲਾ ਬਹੁਤ ਪਿਆ, ਸੁਪਰੀਮ ਕੋਰਟ ਤੱਕ ਕੇਸ ਗਿਆ। ਉਦੋਂ ਸੁਪਰੀਮ ਕੋਰਟ ਇੰਨੀ ਨਹੀਂ ਸੀ, ਜਿਹਦੇ ਆਪਾਂ ਬਾਅਦ 'ਚ ਗੱਲ ਕਰਾਂਗੇ, ਜਿਹੜਾ ਫੈਸਲਾ ਵੀ ਹੋਇਆ ਹੈ ਵੀ ਇਸ ਤਰ੍ਹਾਂ ਦੇ ਫੈਸਲੇ ਇੱਦਾਂ ਹੀ ਸਰਕਾਰ ਦੇ ਕਹੇ ਤੋਂ ਜੋ ਸਰਕਾਰ ਚਾਹੇ ਉਹ ਕਰਦੇ। ਉਦੋਂ ਸੁਪਰੀਮ ਕੋਰਟ ਦਾ ਕੋਈ ਨੱਕ ਨਮੂਦ ਸੀਗਾ।
ਤੇ ਸੁਪਰੀਮ ਬਿਲਕੁਲ ਕੋਰਟ ਨੇ ਕਹਿਤਾ ਵੀ ਜਿੰਨਾ ਚਿਰ ਉੱਥੋਂ ਦੀਆਂ ਗ੍ਰਾਮ ਸਭਾ ਜਿਹੜੀ ਹੈ ਉਹ ਸੰਵਿਧਾਨਕ ਸੰਸਥਾ ਹੈ, ਜਿਵੇਂ ਲੋਕ ਸਭਾ ਸੰਵਿਧਾਨਕ ਸੰਸਥਾ ਹੈ, ਜੀ ਇੱਥੇ ਗ੍ਰਾਮ ਸਭਾ ਸੰਵਿਧਾਨਕ ਸੰਸਥਾ ਹੈ, ਸੰਵਿਧਾਨ 'ਚ ਦਰਜ ਹੈ ਵੀ ਗ੍ਰਾਮ ਸਭਾਵਾਂ ਜੇ ਪਾਸ ਕਰਨਗੀਆਂ ਤਾਂ ਤੁਹਾਨੂੰ ਮਿਲੂਗਾ। ਉਹ ਗ੍ਰਾਮ ਸਭਾਵਾਂ ਨੂੰ ਇਹਨਾਂ ਨੇ ਦਬਕੇ ਮਾਰ ਕੇ, ਲਾਲਚ ਦੇ ਕੇ ਤੇ ਉਹਨਾਂ ਦੇ ਉੱਤੇ ਕੇਸ-ਕੂਸ ਬਣਾਉਣ ਦੀ ਕੋਸ਼ਿਸ਼ ਕਰਕੇ, ਉਹਨਾਂ ਨੂੰ ਪਾੜਨ ਦੀ ਕੋਸ਼ਿਸ਼ ਕਰਕੇ, ਇਹ ਅੰਬਾਨੀ, ਅਡਾਨੀ ਸਰਕਾਰ, ਅਡਾਨੀ ਗਰੁੱਪ, ਮੇਦਾਂਤਾ ਗਰੁੱਪ ਹੈ ਇਹਦਾ, ਤੇ ਜੀ ਸਰਕਾਰ ਕਾਮਯਾਬ ਨਹੀਂ ਹੋਏ। ਇਹਨਾਂ ਨੂੰ ਆਪਦਾ ਲਕਾ-ਤੁਕਾ ਚੱਕ ਕੇ ਵਾਪਸ ਆਉਣਾ ਪਿਆ। ਇਹ ਮੈਂ ਗੱਲ ਤਾਂ ਬਿਲਕੁਲ ਸੁਣਾ ਰਿਹਾ ਵੀ ਜਿਹੜਾ ਤੁਹਾਡਾ ਦੂਜਾ ਸਵਾਲ ਹੈ ਨਾ, ਹੁਣ ਕਿਸਾਨੀ ਅੰਦੋਲਨ ਦਾ ਕੀ ਬਣੂ? ਇਹ ਜੀ ਸਾਡੇ ਜੀ ਸਾਹਮਣੇ 12 ਸਿਰਫ ਸੀਗੇ, 12 ਬਿਲਕੁਲ ਪਿੰਡ ਸੀਗੇ। ਉਹਨਾਂ 12 ਪਿੰਡਾਂ ਨੇ ਅਡਾਨੀ ਵਰਗੇ ਤਕੜੇ ਬੰਦੇ ਦਾ ਪੂਰਾ ਲਕਾ-ਤੁਕਾ ਇਸੇ ਬੀਜੇਪੀ ਦੇ ਰਾਜ 'ਚ, ਇਹ ਕੋਈ ਰਾਜ ਦੂਜਿਆਂ ਦਾ ਨਹੀਂ ਸੀ, ਇਸੇ ਬੀਜੇਪੀ ਦੇ ਬਿਲਕੁਲ ਰਾਜ 'ਚ ਉਹ ਲਕਾ-ਤੁਕਾ ਚੁਕਾ ਕੇ ਵਾਪਸ ਭੇਜਤਾ ਸੀ। ਸੋ ਜੀ ਪਰ ਉਦੋਂ ਕਿਉਂਕਿ ਅਜੇ ਸ਼ੁਰੂ-ਸ਼ੁਰੂ 'ਚ ਆਏ ਸੀ ਇਹ, ਬੀਜੇਪੀ ਦਾ ਸੁਪਰੀਮ ਕੋਰਟ ਤੇ ਇੰਨਾ ਜ਼ੋਰ ਨਹੀਂ ਸੀ, ਇਸ ਕਰਕੇ ਸੁਪਰੀਮ ਕੋਰਟ ਉਦੋਂ ਉਹ ਫੈਸਲਾ ਲੈ ਗਈ। ਸੋ ਜੀ ਅੱਜ ਇਹਨਾਂ ਦੀ ਹੁਣ ਅੱਖ ਰਹਿ ਕੀ ਗਿਆ ਲੋਕਾਂ ਕੋਲੇ? ਜਾਂ ਤਾਂ ਘਰ ਰਹਿ ਗਏ ਕਿਸੇ ਕੋਲੇ, ਕਿਸੇ ਕੋਲ ਸ਼ੋਰੂਮ ਰਹਿ ਗਿਆ, ਕਿਸੇ ਕੋਲ ਜ਼ਮੀਨ ਰਹਿ ਗਈ। ਹੁਣ ਇਹਨਾਂ ਦੀ ਅੱਖ ਇਹ ਹੈ ਵੀ ਇਹ ਘਰ ਵੀ ਅਸੀਂ ਇਹੋ ਜਿਹੇ ਹੁਣ ਫਲੈਟ ਬਣਾ ਕੇ ਕਿਰਾਏ 'ਤੇ ਰਹੂ ਬੰਦਾ। ਕਿਸੇ ਦਾ ਹੂੰ ਆਪਦਾ ਘਰ ਨਹੀਂ ਹੋਏਗਾ, ਕਿਸੇ ਦਾ ਆਪਦਾ ਸ਼ੋਰੂਮ ਨਹੀਂ ਹੋਏਗਾ, ਮਾਲ 'ਚ ਸਮਾਨ ਵਿਕੇਗਾ, ਉੱਥੇ ਮਾਲ ਬਣਾ ਦਾਂਗੇ ਢਾਹ ਕੇ ਅਸੀਂ। ਤੇ ਕਿਸੇ ਦਾ ਆਪਦਾ ਸਿਨੇਮਾ ਨਹੀਂ ਹੋਏਗਾ, ਮਾਲ ਹੀ ਹੋਏਗੀ। ਆਪਾਂ ਦੇਖਦੇ ਹਾਂ ਸਾਰੇ ਸਿਨੇਮੇ ਤਬਾਹ ਹੋ ਗਏ ਆ ਬਿਲਕੁਲ ਤੁਹਾਡੇ ਪਟਿਆਲੇ ਦੇ ਸਹੀ ਵਿੱਚ, ਗੱਲ ਤਿੰਨੇ ਸਿਨੇਮਾ ਦਾ ਹਾਲ ਆਪਾਂ ਨੂੰ ਪਤਾ ਹੀ ਹੈ। ਤੇ ਬਿਲਕੁਲ ਇਸੇ ਬਿਲਕੁਲ ਤਰ੍ਹਾਂ ਹੀ ਜ਼ਮੀਨਾਂ ਦੇ ਵਿੱਚ, ਕਿਉਂਕਿ ਜ਼ਮੀਨ ਜਿਹੜੀ ਹੈ ਸਭ ਤੋਂ ਵੱਡੀ ਐਸਟ ਹੈ, ਸਭ ਤੋਂ ਵੱਡਾ ਜਿਹੜਾ ਸਰਮਾਇਆ ਹੈ, ਜੇ ਆਪਾਂ ਦੇਖੀਏ ਜਾਇਦਾਦ ਹੈ, ਉਹ ਜ਼ਮੀਨ ਹੈ। ਕਿਉਂਕਿ ਬਿਲਕੁਲ ਜਿਹੜੀਆਂ ਮਨੁੱਖੀ ਲੋੜਾਂ ਨੇ, ਮਨੁੱਖ ਜਿਹੜਾ ਉਹ ਲੋਹੇ ਬਿਨਾਂ ਸਾਰ ਸਕਦਾ ਹੈ, ਕੱਚੇ ਥਾਂ 'ਤੇ ਰਹਿ ਲੂਗਾ। ਬਿਲਕੁਲ ਮਨੁੱਖ ਹੈ ਜਿਹੜਾ ਕੱਪੜੇ ਘੱਟ ਪਾ ਕੇ, ਕੱਪੜੇ ਹਾਲਾਂਕਿ ਜ਼ਮੀਨ 'ਚੋਂ ਪੈਦਾ ਹੋ ਰਿਹਾ, ਪਟਸਨ ਹੈ, ਕਪਾਹ ਹੈ, ਇਹ ਤਾਂ ਇੱਥੋਂ ਹੀ ਪੈਦਾ ਹੁੰਦੇ ਨਾ, ਸਨੂਕੜਾ ਹੈ। ਬਿਲਕੁਲ ਤੇ ਜੋ ਜ਼ਮੀਨ 'ਚੋਂ ਪੈਦਾ ਹੁੰਦਾ ਹੈ ਮਨੁੱਖ, ਉਹਦੇ ਨਾਲ ਹੀ ਜੀਂਦਾ ਹੈ। ਤੇ ਮਨੁੱਖ ਦੇ ਸਰੀਰ 'ਚ ਵੀ ਹੋਈ ਹੈ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਬਿਲਕੁਲ ਜੋ ਬ੍ਰਹਮੰਡੇ ਸੋਈ ਪਿੰਡੇ, ਸੋਈ ਪਿੰਡ ਜੋ ਖੋਜੇ ਬਿਲਕੁਲ ਸੋ ਪਾਵੇ। ਠੀਕ ਹੈ। ਸੋ ਜੋ ਬ੍ਰਹਮੰਡ 'ਚ ਹੈ ਉਹੀ ਸਾਡੇ ਸਰੀਰ 'ਚ ਹੈ। ਸਰੀਰ ਨੂੰ ਉਸੇ ਚੀਜ਼ ਦੀ ਲੋੜ ਹੈ, ਉਹ ਮਿੱਟੀ 'ਚੋਂ ਹੀ ਆਉਣਾ ਹੈ, ਮਿੱਟੀ 'ਚੋਂ ਪੈਦਾ ਹੋਇਆ, ਮਿੱਟੀ 'ਚ ਹੀ ਮਿਲ ਜਾਣਾ ਹੈ। ਬਿਲਕੁਲ ਉਹ ਜਿਹੜੀ ਮਿੱਟੀ ਆ ਉਹ ਤੇ ਹੁਣ ਕਬਜ਼ਾ ਕਰਨ ਦੀ ਇਹਨਾਂ ਦੀ ਇਹ ਹੈ ਕਿ ਅਸੀਂ, ਕਿਉਂਕਿ ਅਸੀਂ ਪੈਦਾ ਕਰੀਏ ਆਪਣੀ ਮਰਜ਼ੀ ਦਾ, ਅਸੀਂ ਜੋ ਚਾਹੀਏ ਉਹ ਪੈਦਾ ਕਰੀਏ, ਬਿਲਕੁਲ ਜਿਸ ਵੇਲੇ ਚਾਹੀਏ ਉਸ ਵੇਲੇ ਪੈਦਾ ਕਰੀਏ, ਹੂੰ ਜਿਸ ਨਾ ਮਰਜ਼ੀ ਸਟੋਰ ਕਰੀਏ, ਜਿੱਥੇ ਚਾਹੀਏ ਉੱਥੇ ਵੇਚੀਏ, ਬਿਲਕੁਲ ਜਿਹਨੂੰ ਚਾਹੀਏ ਉਹਨੂੰ ਵੇਚੀਏ, ਜਿਹੜੇ ਬਿਲਕੁਲ ਮਰਜ਼ੀ ਭਾਅ ਤੇ ਵੇਚੀਏ, ਜੋ ਭਾਅ ਤੇ ਚਾਹੀਏ ਉਸ ਭਾਅ ਤੇ ਵੇਚੀਏ, ਜਿਹੜੀ ਕੁਆਲਿਟੀ ਚੰਗੀ ਮਾੜੀ ਦੇਣਾ ਚਾਹੀਏ ਉਹ ਦਈਏ, ਜਿਸ ਤਰੀਕੇ ਦਾ ਮਾਲ ਬਣਾ ਕੇ ਵੇਚਣਾ ਚਾਹੀਏ ਉਹੋ ਜਿਹਾ ਵੇਚੀਏ, ਜਿੱਥੇ ਜਾ ਕੇ ਵੇਚਣਾ ਚਾਹੀਏ ਉੱਥੇ ਜਾ ਕੇ ਵੇਚੀਏ। ਇੱਕ ਤਾਂ ਇਹ ਹੈ, ਇਹ ਜਿਹੜਾ ਤੁਹਾਡਾ ਸਵਾਲ ਹੈ ਵੱਡਾ, ਵੀ ਕਾਰਪੋਰੇਟ ਕਿਉਂ ਕਬਜ਼ਾ ਕਰਨਾ ਚਾਹੁੰਦਾ ਹੈ। ਬਿਲਕੁਲ ਦੂਜਾ ਸਵਾਲ ਇਹ ਹੈ ਵੀ ਕਾਰਪੋਰੇਟ ਇੱਥੇ ਨਹੀਂ ਰੁਕਦਾ। ਹੁਣ ਅੱਗੇ ਜਿਹੜੀ ਮੈਂ ਪਹਿਲਾਂ ਗੱਲ ਦੱਸੀ ਹੈ, ਕਿਸਾਨ ਨੂੰ ਇੱਕ ਕਿਸਮ ਦਾ ਕੱਚਾ ਮਾਲ ਤਿਆਰ ਕਰਦਾ, ਉਹਦੇ 4 ਪੈਸੇ ਹੀ ਆਉਂਦੇ ਸੀ। ਕੋਈ ਬਿਲਕੁਲ ਮਜ਼ਦੂਰ ਕੰਮ ਕਰਦੇ ਨੇ ਕਾਰਖਾਨੇ 'ਚ, ਕੋਈ ਭਰਾਈ ਉੱਥੇ ਕੋਈ ਲਦਾਈ ਕਰਦਾ, ਕੋਈ ਮਸ਼ੀਨ ਚਲਾਉਂਦਾ, ਕੋਈ ਟੈਕਨੀਕਲ ਹੈ, ਉਹ ਕੋਈ ਬਿਜਲੀ ਵਾਲਾ ਹੈ, ਕੋਈ ਪਾਣੀ ਦਾ ਪ੍ਰਬੰਧ ਕਰਦਾ, ਉਹਨੂੰ ਕੋਈ 4 ਪੈਸੇ ਮਿਲਦੇ ਸੀ। ਫਿਰ ਬਿਲਕੁਲ ਦੁਕਾਨਦਾਰ ਮਾਲ ਵੇਚਦੇ, ਉਹਨੂੰ 4 ਪੈਸੇ ਮਿਲਦੇ, ਛੋਟੀ-ਛੋਟੀ ਦੁਕਾਨਾਂ ਦੇ ਉੱਤੇ ਮਾਲ ਵਿਕਦਾ ਸੀ। ਹੁਣ ਉਹ ਕਹਿੰਦਾ ਨਾ, ਐਂ ਨਹੀਂ ਚੱਲਣਾ। ਹੁਣ ਮੈਂ ਬਨਾਵਟੀ ਬੁੱਧੀ ਦੇ ਰਾਹੀਂ, ਬੰਦੇ ਦੀ ਲੋੜ ਹੀ ਨਹੀਂ, ਬੰਦਾ ਵਿੱਚੋਂ ਕੱਢ ਦੇਣਾ ਹੈ। ਬਿਲਕੁਲ ਵੱਡੇ ਕਹਿੰਦਾ ਮੈਂ ਬਣਾ ਲੈਣੇ ਨੇ ਫਾਰਮ, ਉੱਥੇ ਵੱਡੇ ਟਰੈਕਟਰਾਂ ਦੇ ਰਾਹੀਂ, ਬਨਾਵਟੀ ਬੁੱਧੀ ਰਾਹੀਂ, ਬੰਦਾ ਨਹੀਂ ਚਲਾਏਗਾ ਉਹਨੂੰ। ਆ ਬਿਲਕੁਲ ਕਾਰਾਂ ਤੁਸੀਂ ਸੁਣੇ ਹੋਣਾ ਹੈ ਵੀ ਕਾਰਾਂ ਬਿਨਾਂ ਡਰਾਈਵਰ ਦੇ ਕਾਰਾਂ ਚੱਲਦੀਆਂ ਨੇ। ਉਹ ਬਨਾਵਟੀ ਬੁੱਧੀ ਰਾਹੀਂ ਮੈਂ ਖੇਤੀ ਕਰਨੀ ਹੈ, ਹੂੰ ਬਨਾਵਟੀ ਬੁੱਧੀ ਰਾਹੀਂ ਮੈਂ ਮਾਲ ਤਿਆਰ ਕਰਨਾ। ਹੁਣ ਆਟੋਮੈਟਿਕ ਮਸ਼ੀਨਾਂ ਤਾਂ ਆਪਾਂ ਨੂੰ ਪਤਾ ਹੀ ਹੈ, ਜਿੱਥੇ ਪਹਿਲਾਂ ਕਿਤਾਬਾਂ ਜਿਵੇਂ ਛਾਪਦੇ ਸੀ, ਕੱਲਾ ਪੇਜ ਛਾਪ ਕੇ, ਹੁਣ ਤਾਂ ਸਿੱਧੀ ਪੂਰੀ ਰੀਲ ਚੜ ਜਾਂਦੀ ਹੈ। ਉਹ ਜਿਲਦ ਬੰਨ ਕੇ ਕਿਤਾਬ, ਮਤਲਬ ਬੰਨੀ ਬਣਾਈ, ਉੱਤੇ ਪਿੰਨ ਲੱਗਿਆ ਲਗਾਇਆ, ਬਾਹਰ ਗਿਰਦੀ ਹੈ। ਸਾਰਾ ਕੁਛ ਆਪੇ ਆਟੋਮੈਟਿਕ ਹੋ ਜਾਂਦਾ, ਆਪੇ ਫੋਲਡ ਹੋਈ ਜਾਂਦਾ ਹੈ, ਆਪੇ ਉਹ ਕੱਟ ਜਾਂਦਾ ਹੈ, ਆਪੇ ਉਹ ਕਿਤਾਬ ਬਣ ਜਾਂਦੀ ਹੈ। ਸੋ ਬਿਲਕੁਲ ਉਹ ਜਿਹੜਾ ਆਟੋਮੈਟਿਕ ਤੋਂ ਹੁਣ ਇਹ ਬਨਾਵਟੀ ਬੁੱਧੀ ਰਾਹੀਂ ਵੀ ਉਹ ਫੈਸਲੇ ਵੀ ਲੈਣ ਲੱਗ ਜਾਂਦਾ, ਵੀ ਜੇ ਕਾਗਜ਼ ਉਲਟਾ ਸਿਲਟਾ ਹੋ ਗਿਆ ਉਹਨੂੰ ਠੀਕ ਵੀ ਕਰ ਦਿੰਦਾ। ਆਪਾਂ ਬਿਲਕੁਲ ਦੇਖਦੇ ਹਾਂ ਗੂਗਲ ਦੇ ਉੱਤੇ ਜਦ ਆਪਾਂ ਪਾਉਂਦੇ ਹਾਂ, ਆਪਾਂ ਇੱਕ ਲਫ਼ਜ਼ ਲਿਖਦੇ ਹਾਂ, ਉਹਦੀ ਬਾਕੀ ਪੂਰੇ ਤੇ ਬਿਲਕੁਲ ਪੂਰਾ ਆ ਜਾਂਦਾ ਹੈ। ਉਹ ਬਨਾਵਟੀ ਸਹੀ ਗੱਲ ਬੁੱਧੀ ਹੈ। ਸੋ ਬਨਾਵਟੀ ਬੁੱਧੀ ਦੇ ਰਾਹੀਂ ਉਹ ਕਹਿੰਦਾ ਮੈਂ ਵੇਚਣਾ ਵੀ ਬਨਾਵਟੀ। ਆਪਾਂ ਦੇਖਦੇ ਹਾਂ ਮਾਲ ਦੇ ਵਿੱਚ ਵਿਕ ਰਿਹਾ ਨਾ ਮਾਲ। ਹੁਣ ਫਰਕ ਕਿੱਥੇ ਹੈ? ਹੂੰ ਫਰਕ ਇਹ ਹੈ ਵੀ ਸਰਕਾਰ ਵਿਕਾਸ ਕਿਹਨੂੰ ਸਮਝੇ। ਤੁਸੀਂ ਕਹੋਗੇ ਇਹ ਤਾਂ ਹੋ ਗਿਆ ਨਾ ਵੀ ਇਹ ਕਿਉਂ ਕਰਨਾ ਚਾਹੁੰਦੇ ਨੇ, ਬਿਲਕੁਲ ਬਿਲਕੁਲ ਸਰਕਾਰ ਕਿਉਂ ਕਰਨਾ ਚਾਹੁੰਦੀ ਹੈ? ਇੱਕ ਇਹ ਹੂੰ ਸਵਾਲ ਹੈ ਜਿਹੜਾ ਆਪਾਂ ਜੇ ਲੈਣਾ ਸੀ, ਜੀ ਜੀ ਮੈਨੂੰ ਲੱਗਦਾ ਬਿਲਕੁਲ ਤੁਸੀਂ ਵੀ ਲੈਣਾ ਸੀ, ਮੈਂ ਜੀ ਆਪ ਜੀ ਹੀ ਜੀ ਸ਼ੁਰੂ ਕਰ ਦਿੰਦਾ। ਬਿਲकुल बिल्कुल नहीं ठीक है ਸਰਕਾਰ ਕਿਉਂ दुरुस्त है ਕਰਨਾ ਚਾਹੁੰਦੀ ਹੈ? हम्म ਸਰਕਾਰ ਨੇ, ਕਿਉਂਕਿ ਇਹਨਾਂ ਦੇ ਹੱਥ 'ਚ ਨੇ ਜਿਹੜੇ ਅਦਾਰੇ, ਜਿਹੜੇ ਰਾਏ ਬਣਾਉਂਦੇ ਨੇ ਸਮਾਜ 'ਚ, ਓਪੀਨੀਅਨ ਮੇਕਰ ਜਿਹਨੂੰ ਕਹਿੰਦੇ ਆ, ਉਹ ਕੌਣ ਨੇ? ਅਰਥ ਸ਼ਾਸਤਰੀ ਨੇ, ਸਮਾਜ ਸ਼ਾਸਤਰੀ ਨੇ, हम्म ਉਹ ਵਿਗਿਆਨੀ ਨੇ, बिल्कुल ਉਹ ਜਿਹੜੇ ਹੈਗੇ ਨੇ ਸਮਾਜ ਵਿਗਿਆਨੀ, ਯਾਨੀ ਕਿ ਉਹ ਸਿਆਸਤਦਾਨ ਨੇ, ਉਹ ਪ੍ਰਸ਼ਾਸਨਿਕ ਅਧਿਕਾਰੀ ਨੇ। ਉਹ ਰਾਏ ਇਹ ਬਣਾਤੀ ਸਾਰਿਆਂ ਨੇ ਵੀ GDP ਦਾ ਮਤਲਬ ਇਹ ਹੈ ਕਿ ਜੇ ਮਾਲ ਕਾਰਖਾਨੇ 'ਚ ਤਿਆਰ ਹੁੰਦਾ ਹੈ, जी
ਤਾਂ ਉਹ ਜ਼ਿਆਦਾ ਵਿਕਾਸ ਹੈ। ਜਿਹੜਾ ਜਿੰਨਾ ਜ਼ਿਆਦਾ ਮਾਲ ਕਾਰਖਾਨੇ 'ਚ ਤਿਆਰ ਕਰਦਾ ਉਹ ਵਿਕਾਸ ਹੈ। ਜਿਹੜਾ ਜੀ ਖੇਤੀ 'ਚ ਪੈਦਾ ਕਰਦਾ ਉਹ ਵਿਕਾਸ ਨਹੀਂ, ਉਹ ਪਛੜਿਆ ਹੋਇਆ। ਜਿਵੇਂ ਕੋਈ ਇਹਦੀ ਮੈਂ ਕਿਉਂ ਉਦਾਹਰਨ ਦਿੰਦਾ, ਤੁਹਾਨੂੰ ਲੱਗੂਗਾ ਆਧਾਰ ਮਤਲਬ ਵੀ ਪਤਾ ਨਹੀਂ ਏਦਾਂ ਦੀਆਂ ਗੱਲਾਂ ਕਰਦਾ ਹੈ। ਜੀ ਜਿਵੇਂ ਜੀ ਜੀ ਅੱਜ ਕਿਤੇ ਕੋਈ ਅੰਗਰੇਜ਼ੀ ਬੋਲੇ ਉਹਨੂੰ ਕਹਿੰਦੇ ਬੜਾ ਸਿਆਣਾ ਲੱਗਦਾ ਹੈ। ਜੇ ਉਹ ਪੰਜਾਬੀ 'ਚ ਬਿਲਕੁਲ ਗੱਲ ਕਰੇ, ਭਾਵੇਂ ਉਹਦੀ ਜਿੰਨੀ ਮਰਜ਼ੀ ਉਹ ਕਹਿੰਦੇ ਇਹ ਤਾਂ ਗਵਾਰ ਹੈ, ਇਹਨੂੰ ਕੀ ਪਤਾ। ਜਾਣੀ ਕਿ ਪੰਜਾਬੀ ਨੂੰ ਥੱਲੇ ਲਾਉਣ ਦਾ ਇੱਕੋ ਤਰੀਕਾ ਹੈ ਵੀ ਤੁਹਾਡੀ ਤਾਂ ਬਿਲਕੁਲ ਭਾਸ਼ਾ ਗਵਾਰੂ ਹੈ। ਹੁਣ ਆਪਾਂ ਬਿਲਕੁਲ ਕੱਪੜੇ ਨਾਰਮਲੀ ਜਿਹੜੇ ਸਾਡੇ ਇੰਡੀਅਨ ਡਰੈਸ ਸੀਗੇ ਉਹ ਜ਼ਿਆਦਾ ਕੰਫਰਟੇਬਲ ਸੀਗੇ, ਪਰ ਅਸੀਂ ਬਿਲਕੁਲ ਅੰਗਰੇਜ਼ਾਂ ਦੇ ਕੈਪਰੀ ਜੀ, ਮੈਨੂੰ ਤਾਂ ਨਾਮ ਵੀ ਨਹੀਂ ਆਉਂਦੇ ਸੱਚੀ ਗੱਲ ਤੁਹਾਨੂੰ ਦੱਸਾਂ ਨਾ। ਬਿਲਕੁਲ ਇੱਕ ਪਤਾ ਨਹੀਂ ਬਰਮੁੱਡਾ, ਪਤਾ ਨਹੀਂ ਕੀ ਕਹਿੰਦੇ ਨੇ, ਸਹੀ ਉਹ ਗੱਲ ਹੈ ਜਿਹੜੀ ਅੱਧੀ ਪੈਂਟ ਜੀ ਹੁੰਦੀ ਹੈ ਉਹੋ ਜਿਹਾ ਪਾਉਂਦੇ ਨੇ, ਮੈਨੂੰ ਇਹ ਨਾਮ ਵੀ ਨਹੀਂ ਆਉਂਦੇ। ਯਾਨੀ ਕਿ ਬਿਲਕੁਲ ਅਸੀਂ ਸੱਭਿਆਚਾਰ ਵੀ ਉਹਨਾਂ ਦਾ ਲੈ ਲਿਆ। ਫਿਰ ਆ ਜਿਹੜਾ ਇਹਨਾਂ ਨੇ ਦੋਸ਼ ਲਾਏ ਸੀ ਕਿਸਾਨਾਂ ਤੇ ਵੀ, ਤਾਂ ਪੀਜੇ 버ਗਰ ਖਾਂਦੇ ਨੇ। ਪੀਜ਼ਾ 버ਗਰ ਕੀ ਹੈ? ਉਹ ਅੰਗਰੇਜ਼ੀ ਜਿਹੜਾ ਜਿਹੜਾ ਅੰਗਰੇਜ਼ੀ ਵਿਦੇਸ਼ੀ ਸੱਭਿਆਚਾਰ ਖਾਣਾ ਹੈ। ਜਦ ਅੱਛਾ ਕਿ ਜੀ ਅਸੀਂ ਉਹੀ ਡਬਲ ਰੋਟੀ ਬਣਾ ਕੇ ਖਾਂਦੇ ਸੀ। ਡਬਲ ਰੋਟੀ ਤਾਂ ਸਾਡੇ ਉਰੇ ਬਿਲਕੁਲ ਬਣਦੀ ਹੋਈ ਸੀ। ਅੰਗਰੇਜ਼ ਉਹ ਪੀਜ਼ਾ 버ਗਰ ਤਾਂ ਬਣਾਉਂਦੇ, ਉਹਨੂੰ ਰੋਟੀਆਂ ਲਾਉਣੀਆਂ ਨਹੀਂ ਆਉਂਦੀਆਂ ਅਸਲ 'ਚ। ਆਪਣੇ ਬਿਲਕੁਲ ਤਾਂ ਬੜੀਆਂ ਸੋਹਣੀਆਂ ਰੋਟੀਆਂ ਲਾਉਂਦੇ ਨੇ। ਤੁਸੀਂ ਬਿਲਕੁਲ ਕਦੇ ਜੇ ਬਾਜ਼ਾਰ 'ਚ ਜਾ ਕੇ ਮੱਕੀ ਦੀ ਰੋਟੀ ਦੇ ਸਾਗ ਖਾਓ ਨਾ, ਉਹ ਸਵਾਹ ਵਰਗਾ ਹੁੰਦਾ ਤੇ 1000 ਰੁਪਏ ਥਾਲੀ ਦਾ ਲੈ ਲੈਂਦੇ ਨੇ। ਬਿਲਕੁਲ ਉਹਦੇ ਉਲਟ ਘਰੇ ਸਾਗ ਬਣਾਇਆ ਹੁੰਦਾ ਨਾ ਜਦ, ਬਿਲਕੁਲ ਉਹ ਖਾਂਦੇ ਹੋ ਮੱਕੀ ਦੀ ਰੋਟੀ ਨਾਲ ਪਾ ਕੇ ਮੱਖਣ, ਤੇ ਉਹਦਾ ਸਵਾਦ ਜੋ ਹੈ ਉਹ ਬਸ 7 ਜਨਮਾਂ ਜਿੰਨਾ ਪ੍ਰੋਫੈਸਰ ਸਵਾਦ ਹੈ। ਸਾਹਿਬ ਹੁਣ ਮੈਨੂੰ ਇਹ ਗੱਲ ਦੱਸੋ, ਇੱਥੇ ਇੱਕ ਸਵਾਲ ਹੋਰ ਪੈਦਾ ਹੁੰਦਾ, ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਕਈ ਲੋਕ ਇਹ ਕਹਿੰਦੇ ਹੋਣੇ ਕਿ ਸਰਕਾਰੀ ਤੇ ਪ੍ਰਾਈਵੇਟ ਦਾ ਨਿੱਘ ਜਿਹੜਾ ਉਹ ਵੱਖੋ ਵੱਖਰਾ ਕਿਉਂ ਹੈ। ਜਦੋਂ ਤਾਂ ਅਸੀਂ ਜਿਵੇਂ ਤੁਸੀਂ BSNL ਦੀ ਗੱਲ ਕਰ ਰਹੇ ਸੀ, ਆਪਾਂ ਜੇ ਉਧਰ ਹੀ ਤੁਲਨਾ ਕਰ ਲਈਏ, ਇੱਕੋ ਚੀਜ਼ ਨੂੰ ਦੇਖ ਲਈਏ, ਸਾਰੀਆਂ ਉਹਦੇ ਵਿੱਚ ਸਿਮਟ ਜਾਣਗੀਆਂ। ਵੱਡੀ ਮੋਟੀ ਐਗਜ਼ਾਮਪਲ ਇਹੀ ਹੋ ਸਕਦੀ ਹੈ ਕਿ ਜਿਵੇਂ ਹੁਣ ਆਪਾਂ ਦੇਖ ਲਈਏ ਕਿ BSNL ਜਦੋਂ ਸਾਨੂੰ ਨੈਟ ਦੀ ਸੁਵਿਧਾ ਦਿੰਦਾ ਤਾਂ ਸਾਨੂੰ ਇਹ ਲੱਗਦਾ ਕਿ ਨਹੀਂ ਯਾਰ ਉਹ ਗੱਲ ਨਹੀਂ। ਜਿਹੜੀ ਸੁਵਿਧਾ Jio ਦੇ ਨਾਲ ਹੈ, ਜਿਹੜਾ 2G ਤੇ BSNL ਦੇ 2G ਜਾਂ ਉਹਦੇ 2G ਜਾਂ 3G ਦੇ ਵਿੱਚ ਫਰਕ ਹੈ, ਉਹ ਇੱਕ ਜ਼ਿਆਦਾ ਸਪੀਡ ਹੈ, ਲੋਕ ਉਧਰ ਨੂੰ ਝੁਕਦੇ ਨੇ। ਤੇ ਕੀ ਉਹ ਨਿੱਘ ਜਿਹੜਾ ਆ ਸਰਕਾਰ ਆਪਣੇ ਸਰਕਾਰੀ ਅਦਾਰਿਆਂ ਦੇ ਥਰੂ ਨਹੀਂ ਦੇ ਸਕਦੀ? ਪ੍ਰਾਈਵੇਟ ਨੂੰ ਹੀ ਕਿਉਂ ਦਿੱਤਾ ਜਾਂਦਾ? ਉਧਰ ਨੂੰ ਝੁਕਾ ਕਿਉਂ ਹੈ? ਸਰਕਾਰੀ ਨੂੰ ਕਿਉਂ ਨਹੀਂ ਮਜ਼ਬੂਤ ਕੀਤਾ ਜਾਂਦਾ? ਇਹ ਸਕੂਲਾਂ ਵੱਲ ਵੀ ਇਹੀ ਗੱਲ ਆਉਂਦੀ ਹੈ, ਇਹ ਮੈਡੀਕਲ 'ਚ ਵੀ ਇਹੀ ਗੱਲ ਆਉਂਦੀ ਹੈ, ਸਾਡੀ ਸਿਹਤ ਸੁਧਾਰ ਨੂੰ ਵੀ ਇਹੀ ਗੱਲ ਆਉਂਦੀ ਹੈ ਕਿ ਸਰਕਾਰੀ ਨੂੰ ਕਿਉਂ ਭੰਨਿਆ ਜਾ ਰਿਹਾ, ਪ੍ਰਾਈਵੇਟ ਨੂੰ ਕਿਉਂ ਚੁੱਕਿਆ ਜਾ ਰਿਹਾ? ਬਿਲਕੁਲ ਮੈਂ ਇੱਥੇ 'ਚ ਆ ਰਿਹਾ, ਕਿਉਂਕਿ ਜਿਹੜੇ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਫਲਸਫੇ ਦੇ ਤੌਰ ਤੇ ਇਹ ਜੀ ਸਾਬਤ ਕਰਨਾ ਚਾਹੁੰਦੇ ਨੇ ਵੀ ਜਿਹੜੀ ਪਹਿਲੀ ਗੱਲ ਇਹ ਆ ਵੀ ਇੰਡਸਟਰੀ ਸਭ ਤੋਂ ਵੱਡੀ ਚੀਜ਼ ਆ, ਇੰਡਸਟਰੀ ਹੀ ਪੈਦਾ ਕਰਦੀ ਆ, ਹੋਰ ਕੋਈ ਪੈਦਾ ਨਹੀਂ ਕਰਦਾ। ਇੱਕ ਬਿਲਕੁਲ ਵਿਚਾਰ ਬਣਾਤਾ ਨਾ, ਜਦ ਕਿ ਜਿਹੜਾ ਕੁਝ ਇੰਡਸਟਰੀ ਨੇ ਤਿਆਰ ਕਰਨਾ ਉਹ ਕੋਈ ਹੋਰ ਪੈਦਾ ਕਰੇਗਾ। ਕੱਚਾ ਮਾਲ ਲੋਹਾ ਬਿਲਕੁਲ ਇੰਡਸਟਰੀ ਸਹੀ ਨਹੀਂ ਗੱਲ ਹੈ ਪੈਦਾ ਕਰਦੀ। ਬਿਲਕੁਲ ਕੱਚਾ ਲੋਹਾ ਇੰਡਸਟਰੀ ਤਾਂ ਨਹੀਂ ਨਾ ਪੈਦਾ ਕਰਦੀ, ਉਹ ਤਾਂ ਉਹਨੂੰ ਸਾਫ਼ ਹੀ ਬਿਲਕੁਲ ਕਰਦੀ ਹੈ। ਕੋਲਾ ਇੰਡਸਟਰੀ ਨਹੀਂ ਪੈਦਾ ਕਰਦੀ, ਕਣਕ ਇੰਡਸਟਰੀ ਨਹੀਂ ਪੈਦਾ ਕਰਦੀ, ਝੋਨਾ ਇੰਡਸਟਰੀ ਨਹੀਂ ਪੈਦਾ ਕਰਦੀ, ਬਾਜਰਾ ਇੰਡਸਟਰੀ ਨਹੀਂ ਪੈਦਾ ਕਰਦੀ, ਗੰਨਾ ਇੰਡਸਟਰੀ ਨਹੀਂ ਪੈਦਾ ਕਰਦੀ। ਬਿਲਕੁਲ ਇੰਡਸਟਰੀ ਖੰਡ ਬਣਾਉਂਦੀ ਹੈ। ਠੀਕ ਹੋ ਸਹੀ ਗਿਆ। ਗੱਲ ਹੈ ਇੱਕ ਤਾਂ ਇਹ ਬਣਾਤਾ, ਜਦ ਤੁਸੀਂ ਇੱਕ ਬੰਦੇ ਉਹਨੂੰ ਗਵਾਰ ਬਣਾਤਾ ਤੇ ਦੂਜੇ ਨੂੰ ਚੰਗਾ ਬਣਾਤਾ, ਇਹ ਤਾਂ ਕਹਿਣਾ ਹੀ ਹੈ ਨਾ। ਦੂਜਾ ਬਿਲਕੁਲ ਜਿਹੜਾ ਤੁਹਾਡਾ ਸਵਾਲ ਹੈ ਉਹ ਇਹ ਹੈ ਵੀ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦੇ ਵਿੱਚ, ਕਿਉਂਕਿ ਬਹੁਤ ਵੱਡੇ ਅਦਾਰੇ ਨੇ, ਸਰਕਾਰਾਂ ਦੀ ਮਨਸ਼ਾ ਵੀ ਚੰਗੀ ਨਹੀਂ ਹੈ। ਜਿੰਨਾ ਚਿਰ ਮਨਸ਼ਾ ਚੰਗੀ ਸੀ, ਬੜੇ ਵੱਡੇ ਵੱਡੇ ਇੱਥੇ ਹੋਏ ਨੇ ਕੰਮ। ਹੁਣੀ ਤੁਸੀਂ ਦੇਖ ਲਿਆ, ਸਾਰਾ ਕੁਝ ਤੁਹਾਡੀ ਗੱਲ ਮੰਨ ਲਈ ਵੀ ਸਭ ਕੁਝ Jio ਚੰਗਾ ਹੈ ਜੀ, BSNL ਬਿਲਕੁਲ ਚੰਗਾ, ਇਹ ਬਿਲਕੁਲ ਠੀਕ ਹੈ, ਇਹ 'ਚ ਕੋਈ ਹਸਪਤਾਲ ਚੰਗੇ ਨੇ। ਜਿਆਦਾ ਕਰੋਨਾ ਹੋਇਆ ਸੀ, ਕਿਸੇ ਪ੍ਰਾਈਵੇਟ ਹਸਪਤਾਲ ਨੇ ਹੱਥ ਲਾਇਆ ਸੀ? ਬਿਲਕੁਲ ਫਿਰ ਕੌਣ ਕੰਮ ਆਇਆ? ਸਰਕਾਰੀ ਆਇਆ ਨਾ। ਬਿਲਕੁਲ ਜਦ ਕਾਲ ਪੈ ਜਾਏਗਾ, ਉਦੋਂ ਜਿਹੜੇ ਇਹਨਾਂ ਦੇ ਬਿਸਕੁਟ ਕੰਮ ਆਉਣਗੇ ਕਿ ਕਣਕ ਕੰਮ ਆਊਗੀ? ਜਿਹੜੀ ਹੋਊਗੀ ਉਹ ਕਣਕ ਬਿਲਕੁਲ ਅੰਬਾਨੀ ਅਡਾਨੀ ਦੀ ਬਾਜ਼ਾਰ 'ਚ ਆਊਗੀ ਜਾਂ FCI ਵਾਲੀ ਆਊਗੀ? ਬਿਲਕੁਲ ਜਿੱਦਾਂ ਕਾਲ ਪਏਗਾ ਉਦੋਂ ਕਿਹੜੀ ਕਣਕ ਕੰਮ ਆਏਗੀ? ਜਿੱਦਾਂ ਹੜ੍ਹ ਆ ਜਾਂਦਾ ਹੈ, ਉਦੋਂ ਇਹ ਜਿਹੜੇ ਕਾਰਖਾਨੇਦਾਰ ਆ ਕੇ ਉਸ ਹੜ੍ਹ ਨੂੰ ਰੋਕਦੇ ਨੇ ਜਾਂ ਆਮ ਬੰਦਾ ਉੱਠ ਕੇ ਰੋਕਦਾ? ਜਿੱਦਾਂ ਦੇਸ਼ ਤੇ ਹਮਲਾ ਹੁੰਦਾ ਹੈ, ਉਦੋਂ ਇਹ ਅੰਬਾਨੀ ਅਡਾਨੀ ਜਾ ਕੇ ਉੱਥੇ ਫੌਜ ਤੇ ਲੜਾਈ ਕਰਦੇ ਨੇ ਬਾਰਡਰ ਤੇ, ਜਾਂ ਫਿਰ ਆਮ ਬੰਦਾ ਉੱਥੇ ਲੜਾਈ ਕਰਦਾ ਸੈਨਿਕ ਦੇ ਰੂਪ 'ਚ? ਬਿਲਕੁਲ ਜਿੱਦਾਂ ਦੇਸ਼ ਦੇ ਵਿੱਚ ਅੰਦਰ ਅੱਗ ਲੱਗ ਜੇ ਕਿਤੇ, ਉਹਦੇ ਅੱਗ ਬੁਝਾਉਣ ਵਾਲੇ ਇਹ ਅੰਬਾਨੀ ਅਡਾਨੀ ਨੇ ਜਾਂ ਫਿਰ ਆਮ ਜਿਹੜਾ ਅੱਗ ਬੁਝਾਉਣ ਵਾਲਾ ਬੰਦੇ ਨੇ ਬਿਲਕੁਲ ਉਹ ਨੇ? ਆਪਾਂ ਕਿਤੇ ਵੀ ਦੇਖ ਲਈਏ, ਜਿਹੜਾ ਕੰਮ ਕਰਦਾ ਉਹ ਸਧਾਰਨ ਬੰਦਾ ਕਰਦਾ ਹੈ, ਉਹਦਾ ਜਿਹੜਾ ਫਲ ਹੈ ਇਹ ਵੱਡੇ ਲੈ ਜਾਂਦੇ ਨੇ, ਕਿਉਂਕਿ ਇਹਨਾਂ ਦਾ ਉਹਨਾਂ ਸਾਧਨਾਂ ਤੇ ਕਬਜ਼ਾ ਹੈ। ਹੁਣ ਸਰਕਾਰੀ ਸਿਸਟਮ ਕਿਉਂ ਨਹੀਂ ਕੰਮ ਕਰਦੇ? ਇੱਕ ਤਾਂ ਸਰਕਾਰਾਂ 'ਚ ਸਰਕਾਰੀ ਸਿਸਟਮ ਪਹਿਲਾਂ, ਜੇ ਤੁਸੀਂ ਪੁਰਾਣੀ ਹਿਸਟਰੀ ਪੜ੍ਹੋ, 80 ਤੱਕ ਸਰਕਾਰੀ ਸਿਸਟਮ ਪ੍ਰਾਈਵੇਟ ਦੇ ਮੁਕਾਬਲੇ ਬਹੁਤ ਵਧੀਆ ਚੱਲਦੀ ਸੀ। ਕਿਤੇ ਕਿਤੇ ਪ੍ਰਾਈਵੇਟ ਚੰਗਾ ਸੀ, ਬਾਕੀ ਚੰਗੇ ਚੱਲਦੇ ਸੀ। ਅਸੀਂ ਪ੍ਰਾਈਵੇਟ ਸਕੂਲਾਂ 'ਚ ਨਹੀਂ ਪੜ੍ਹੇ, ਸਰਕਾਰੀ ਸਕੂਲ 'ਚ ਪੜ੍ਹਿਆ, ਬੋਰੀ ਘਰੋਂ ਲੈ ਕੇ ਜਾਂਦੇ ਸੀ। ਅੱਜ ਵੀ ਜੇ ਦੁਨੀਆ ਦੀ ਸਭ ਤੋਂ ਉੱਚੀ ਐਜੂਕੇਸ਼ਨ ਆ ਜਿਹੜੀ ਡਾਕਟਰੀ ਦੀ, ਉਹ ਮੈਂ ਪ੍ਰਾਪਤ ਕਰੀ ਆ, ਅੱਜ ਵੀ ਮੁਕਾਬਲਾ ਕਰ ਰਿਹਾ। PGI ਵਰਗੀ ਸੰਸਥਾ ਕੋਈ ਪ੍ਰਾਈਵੇਟ ਨਹੀਂ ਸੀ ਆਲੇ ਦੁਆਲੇ। ਜਦ ਪ੍ਰਾਈਵੇਟ ਫੋਰਟਿਸ ਹੋਰ ਹਸਪਤਾਲ ਆਏ, ਇਹਨਾਂ ਨੇ ਪਹਿਲਾਂ ਹਾਰਟ ਦਾ ਸ਼ੁਰੂ ਕਰਿਆ, ਤਾਂ ਇਹਨਾਂ ਨੇ ਅਖਬਾਰਾਂ ਰਾਹੀਂ, ਮੀਡੀਆ ਰਾਹੀਂ ਪ੍ਰਚਾਰ ਕਰਨਾ ਸ਼ੁਰੂ ਕਰਤਾ ਵੀ ਉੱਥੇ ਤਾਂ ਸਟੈਂਟ ਵਿਕਦੇ ਨੇ, ਉੱਥੇ ਤਾਂ ਹੁੰਦਾ, ਕਿਉਂਕਿ ਉੱਥੇ ਕਦੇ ਨਿਊਰੋ ਸਰਜਰੀ ਦਾ ਝਗੜਾ ਨਹੀਂ ਪਿਆ ਸੀ।
ਕਦੇ ਬਿਲਕੁਲ ਮੂਤਰ ਰੋਗਾਂ ਦੀ ਸਰਜੀ ਦਾ ਝਗੜਾ ਨਹੀਂ ਪਿਆ ਸੀ। ਬੱਚਾ ਸਰਜੀ ਦਾ ਅੱਜ ਵੀ ਕੋਈ ਝਗੜਾ ਨਹੀਂ ਪੈਂਦਾ, ਕਿਉਂਕਿ ਬੱਚਾ ਸਰਜੀ ਬਾਕੀ ਕਰਦੇ ਹੀ ਨਹੀਂ, ਉਹ ਸਰਕਾਰੀ ਸਿਸਟਮ ਹੀ ਕਰਦਾ ਹੈ। ਸੋ ਜਿਹੜਾ ਸਰਕਾਰੀ ਸਿਸਟਮ ਜਦ ਪ੍ਰਾਈਵੇਟ ਪਲੇਅਰ ਆਉਂਦਾ ਹੈ, ਇੱਕ ਤਾਂ ਸਰਕਾਰ ਨਾਲ ਉਹ ਵਿੱਚੋਂ, ਕਿਉਂਕਿ ਉੱਥੇ ਮੈਡੀਕਲ ਸੁਪਰਡੈਂਟ ਹੋਰ ਤਰ੍ਹਾਂ ਤਰ੍ਹਾਂ ਦੇ ਲੋਕ ਨੇ, ਉਹਨਾਂ ਰਾਹੀਂ ਉਹਨੂੰ ਇਨਫਲੂਐਂਸ ਕਰਦਾ ਹੈ ਕਿ ਉਹ ਨਿਕੰਮਾ ਬਣ ਜੇ। ਕਿਉਂਕਿ ਵੱਖਰੇ ਵੱਖਰੇ ਬੰਦੇ। ਦੂਜੀ ਗੱਲ, ਉਹ ਆਪਦੇ ਪ੍ਰਚਾਰ ਤਰੀਕਿਆਂ ਦੇ ਰਾਹੀਂ ਇਹ ਪ੍ਰਚਾਰ ਕਰਦਾ ਹੈ। ਤੀਜੀ ਗੱਲ, ਉਹ ਡੈਫੀਨਿਟਲੀ ਇਹ ਹੁੰਦਾ ਵੀ ਜਦੋਂ ਉਹਨੇ 4 ਬੰਦਿਆਂ ਦਾ ਕਰਨਾ, ਪੈਸੇ ਨੋਟ ਥੱਬਾ ਲੈਣਾ, ਫਰਕ ਤਾਂ ਪਏਗਾ ਹੀ। ਹੁਣ ਜੇ ਤੁਸੀਂ ਜਿਹੜਾ ਸਰਕਾਰੀ ਹਸਪਤਾਲ ਹੈ, ਉੱਥੇ ਸਰਜਰੀ ਹੋਣੀ ਆ ਮੁਫਤ, ਉਸੇ ਸਰਜਰੀ ਦਾ ਫੋਰਟਿਸ ਦੇ ਵਿੱਚ ਡਿਲੀਵਰੀ ਦਾ 70,000 ਲੱਗਣਾ ਹੈ। ਜਿਹਨੇ 70,000 ਦੇਣਾ ਤਾਂ ਬੈਟਰ ਸੇਵਾ ਦੇ ਹੀ ਦੇਗਾ। ਦੂਜੇ ਪਾਸੇ ਤੁਸੀਂ ਹਸਪਤਾਲ 'ਚ ਪੀਜੀ ਜਾ ਕੇ ਡਿਲੀਵਰੀ ਕਰਾਉਣ, ਤੁਹਾਡੇ ਪੈਸੇ ਲੱਗਦੇ ਨੇ 1000 ਰੁਪਈਆ, ਤੇ ਫਿਰ ਫਰਕ ਤਾਂ ਰਹੇਗਾ ਨਾ। ਬਿਲਕੁਲ ਸੋ ਇਹ ਜਿਹੜਾ 2 ਗੱਲਾਂ ਦਾ ਇਹ ਹੈਗਾ। ਬਾਕੀ ਉਹਦੀ ਕਰਪਸ਼ਨ, ਇਨਐਫੀਸ਼ੀਐਂਸੀ, ਮੈਂ ਛੋਟੀ ਜਿਹੀ ਦੀ ਉਦਾਹਰਨ ਦੇ ਦਿੰਦਾ। ਜੀ ਮੈਂ ਇੱਕ ਡਿਸਪੈਂਸਰੀ 'ਚ ਪੋਸਟ ਹੋਇਆ ਜੀ ਡਿਊਰਿੰਗ ਐਮਰਜੈਂਸੀ। ਉੱਥੇ ਆਲੇ ਦੁਆਲੇ ਦੇ 20 ਪਿੰਡਾਂ 'ਚ ਕੋਈ ਸਰਕਾਰੀ ਸਿਸਟਮ ਨਹੀਂ ਸੀ। ਸਰਦੂਲਗੜ੍ਹ ਤੋਂ ਅੱਗੇ ਸਰਸੇ ਦੇ ਲਾਗੇ ਸੀ ਉਹ ਡਿਸਪੈਂਸਰੀ। ਜੀ ਉੱਥੇ 20-25 ਪ੍ਰਾਈਵੇਟ ਪ੍ਰੈਕਟੀਸ਼ਨਰ ਕੰਮ ਕਰਦੇ ਸੀ। ਮੈਂ ਜਾ ਕੇ ਕੰਮ ਸ਼ੁਰੂ ਕਰਤਾ। ਮੈਂ ਰਾਤ ਨੂੰ ਲੈਂਪ ਲਾ ਕੇ ਵੀ ਮਰੀਜ਼ ਦੇਖਦਾ ਰਿਹਾ, ਉਦੋਂ ਬਿਜਲੀ ਹੈ ਨਹੀਂ ਸੀ। ਤੇ ਉਹ ਸਾਰੇ ਪ੍ਰਾਈਵੇਟ ਪ੍ਰੈਕਟੀਸ਼ਨਰ ਨੂੰ ਭੱਜਣਾ ਪੈ ਗਿਆ। ਮੈਂ ਕੋਈ ਕਿਸੇ ਨੂੰ ਨਹੀਂ ਕਿਹਾ ਜਾਓ, ਮੈਂ ਕਿਸੇ ਨੂੰ ਨਹੀਂ ਕਿਹਾ ਵੀ ਮੈਂ ਵਧੀਆ ਟ੍ਰੀਟਮੈਂਟ ਦੇਣਾ ਹੈ। ਮੈਂ ਸਿਵਲ ਹਸਪਤਾਲ ਗੁਰਦਾਸਪੁਰ 'ਚ ਗਿਆ, ਉੱਥੇ ਸਾਰੇ ਨਰਸਿੰਗ ਹੋਮ ਆਲਮੋਸਟ ਫੇਲ ਹੋ ਗਏ। ਮੈਂ ਕਿਸੇ ਨੂੰ ਕੋਈ ਇਹ ਨਹੀਂ ਕਿਹਾ ਵੀ ਇਹਦੇ ਕੋਲ ਜਾਓ, ਇਹਦੇ ਕੋਲ ਨਾ ਜਾਓ, ਇੱਥੇ ਨਾ ਕਰੋ। ਐਫੀਸ਼ੀਐਂਸੀ ਜਿਹੜੀ ਹੈ, ਕਿਉਂਕਿ ਸਾਡੇ ਸਿਸਟਮ 'ਚ ਕੀ ਹੋ ਗਿਆ, ਸਾਡੇ ਸਿਸਟਮ 'ਚ ਤਾਂ ਸਰਕਾਰਾਂ ਰੋਕਦੀਆਂ ਨੇ, ਪੋਲੀਟੀਸ਼ੀਅਨ ਦੇ ਆਪਦੇ ਬੈਸਟ ਨੇ। ਜਿਹੜੇ ਸਾਡੇ ਪ੍ਰਾਈਵੇਟ ਅਦਾਰੇ ਨੇ, ਇਹ ਕਿਵੇਂ ਖੁੱਲ੍ਹੇ ਨੇ? ਪੋਲੀਟੀਸ਼ੀਅਨ ਦਾ ਇੰਟਰਸਟ ਬਣ ਗਿਆ। ਤੁਸੀਂ ਅੱਜ ਜਿੰਨੇ ਪ੍ਰਾਈਵੇਟ ਹਸਪਤਾਲ ਨੇ, ਜਿੰਨੇ ਪ੍ਰਾਈਵੇਟ ਨਰਸਿੰਗ ਕਾਲਜ ਨੇ, ਡੈਂਟਲ ਕਾਲਜ ਨੇ, ਹੋਮੋਪੈਥੀ ਦੇ ਕਾਲਜ ਨੇ, ਮੈਡੀਕਲ ਕਾਲਜ ਨੇ, ਜਾਂ ਤੁਸੀਂ ਕਹਿ ਲਓ ਇਹ ਜਿਹੜੇ ਇੰਜੀਨੀਅਰਿੰਗ ਕਾਲਜ ਨੇ, ਉਹ ਮੈਕਸੀਮਮ ਪ੍ਰਾਈਵੇਟ 'ਚ ਪੋਲੀਟੀਸ਼ੀਅਨਾਂ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੇ, ਔਰ ਸਾਰੀਆਂ ਪਾਰਟੀਆਂ ਦੇ ਪੋਲੀਟੀਸ਼ੀਅਨ ਉਹਦੇ ਸ਼ਾਮਲ ਨੇ। ਆਹ ਸਕਾਲਰਸ਼ਿਪਾਂ ਦਾ ਜਿਹੜਾ ਦਲਿਤਾਂ ਦਾ ਝਗੜਾ ਪਿਆ ਹੈ, ਉਹ ਸਾਰੇ ਕਾਲਜ ਜਿਹੜੇ ਨੇ ਉਹ ਪ੍ਰਾਈਵੇਟ ਆਉਂਦੇ ਨੇ, ਔਰ ਸਾਰੀਆਂ ਪਾਰਟੀਆਂ ਰਲੀਆਂ ਹੋਈਆਂ ਨੇ ਉਹਦੇ 'ਚ ਪੈਸੇ ਉਸ 'ਚ। ਸੋ ਇਸ ਕਰਕੇ ਜਦ ਕਹਿੰਦੇ ਵੀ ਜੇ ਜਿਹੜਾ ਰਾਖਾ ਹੈ, ਉਹੀ ਉਹ ਕਹਿੰਦੇ ਵੀ ਸਾਨੂੰ ਰਾਹ ਜਨਾਂ ਦੇ ਚੌਕੀਦਾਰੀ ਉੱਤੇ, ਚੋਰ ਨਾਲ ਰਲ ਜੇ ਤਾਂ ਹਾਂ, ਸਾਨੂੰ ਤੇਰੇ ਰਾਹ ਜਨਾਂ ਦੇ ਉੱਤੇ, ਸਾਨੂੰ ਰਾਹ ਜਨਾਂ ਦੇ ਉੱਤੇ ਇਤਰਾਜ਼ ਨਹੀਂ। ਰਹਿਬਰ ਖੁਦ ਚੋਰ ਬਣ ਜੇ ਸੁਖਵਿੰਦਰ ਜੀ, ਉਦੋਂ ਕਾਫੀ ਔਖਾ ਹੋ ਜਾਂਦਾ ਹੈ। ਅੱਜ ਸਾਡੇ ਰਹਿਬਰ ਜਿਹੜੇ ਨੇ, ਤੁਸੀਂ ਦੇਖੋ ਕੀ ਰਹਿਬਰ ਕੌਣ ਨੇ? ਸਿਆਸਤਦਾਨ ਨੇ, ਬਿਲਕੁਲ ਬਿਊਰੋਕਰੇਟ ਨੇ। ਇਹ ਤਾਂ ਬਿਲਕੁਲ ਮੰਨਣ ਵਾਲੀ ਗੱਲ ਹੈ ਨਾ। ਸਰਕਾਰ ਨੂੰ ਐਗਜ਼ੈਕਟਿਵ ਚਲਾਉਂਦੀ ਹੈ ਜਾਂ ਸਿਆਸਤ? ਮੈਂ ਜੁਡੀਸ਼ਰੀ ਦੇ ਬਾਅਦ ਚਾਹੂੰਗਾ। ਬਿਲਕੁਲ ਸਿਆਸਤਦਾਨ ਕੌਣ ਨੇ? ਸਭ ਦੇ ਪਰਿਵਾਰ ਨੇ, ਚਾਹੇ ਖੇਤਰੀ ਪਾਰਟੀਆਂ ਨੇ, ਚਾਹੇ ਨੈਸ਼ਨਲ ਪਾਰਟੀਆਂ ਨੇ, ਸਭ ਪਰਿਵਾਰਵਾਦੀ ਨੇ। ਜੇ ਨਹੀਂ ਹੈਗੀਆਂ ਤਾਂ ਦੱਸ ਦਿਓ। ਬਿਲਕੁਲ ਜਿਹੜੀ ਬਿਲਕੁਲ ਬੀਜੇਪੀ ਨੂੰ ਕਹਿੰਦੇ ਸੀ ਇਹ ਪਰਿਵਾਰਵਾਦੀ ਨਹੀਂ, ਜਿੱਥੇ ਜਿੱਥੇ ਇਹਨਾਂ ਦੇ ਤੀਜੀ ਪੀੜ੍ਹੀ ਆ ਗਈ ਹੁਣ ਬਹੁਤ ਜਗ੍ਹਾ ਤੇ। ਹੁਣ ਜੇ ਮੋਦੀ ਦੀ ਕੋਈ ਕਹੂ ਕੋਈ ਪੀੜ੍ਹੀ ਨਹੀਂ, ਮੋਦੀ ਵਿਚਾਰਾ ਹੈ ਹੀ ਇਸ ਤਰ੍ਹਾਂ ਦਾ, ਉਹਦੀ ਪੀੜ੍ਹੀ ਕਾਹਦੀ ਹੋਣੀ ਹੈ? ਮੋਦੀ ਸਾਹਿਬ ਤਾਂ ਕਹਿੰਦੇ ਨੇ, ਉਹ ਤਾਂ ਅੱਜ ਵੀ ਉਹਨਾਂ ਦਾ ਬਿਆਨ ਲੱਗਿਆ, ਕਹਿੰਦੇ ਜਿਹੜਾ ਪਰਿਵਾਰਵਾਦ ਹੈ ਉਹ ਲੋਕਤੰਤਰ ਲਈ ਖਤਰਾ ਹੈ। ਹਾਂ, ਪਰ ਉਹ ਉਹਨਾਂ ਦੀ ਆਪਦੀ ਪਾਰਟੀ 'ਚ ਬਥੇਰਾ ਹੈਗਾ। ਅੱਛਾ, ਬਿਲਕੁਲ ਦੂਜਾ ਉਹ ਕਹਿੰਦੇ ਕੁਛ ਹੋਰ ਨੇ, ਉਹਨਾਂ ਦਾ ਇਹ ਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਾ। ਮੋਦੀ ਸਾਹਿਬ ਦੇ ਹੁਣ ਤਾਂ ਬਿਆਨਾਂ ਦੇ ਉੱਤੇ ਮੈਨੂੰ ਤਾਂ ਐਂ ਲੱਗਦਾ ਜਿਵੇਂ ਕੋਈ ਬਾਜ਼ਾਰ 'ਚ ਕੋਈ ਆ ਕੇ ਨਾ ਡੁਗਡੁਗੀ ਵਜਾ ਕੇ ਬਿਆਨ ਦੇਣ ਵਾਲਾ ਹੁੰਦਾ। ਉਹ 2 ਮਿੰਟ ਤਮਾਸ਼ਾ ਕਰਕੇ ਆਪਣਾ ਚਲੇ ਜਾਂਦਾ ਹੈ, ਤੇ ਲੋਕ ਖੁਸ਼ ਵੀ ਹੋ ਲੈਂਦੇ ਨੇ, 4 ਪੈਸੇ ਵੀ ਉਹਨੂੰ ਦੇ ਦਿੰਦੇ, ਪਰ ਉਹਦਾ ਮਤਲਬ ਉਹਦੇ ਨਾਲ ਜੀਵਨ ਨਹੀਂ ਚੱਲਦਾ। ਮੋਦੀ ਸਾਹਿਬ ਦਾ ਵੀ ਏਦਾਂ ਦੇ ਬਿਆਨ ਹੁੰਦੇ ਨੇ। ਦੂਜੀ ਪਾਰਟ, ਇਕੱਲੇ ਇਹੀ ਨਹੀਂ ਵੀ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ ਵਪਾਰ ਨੇ ਨਾਲ। ਉਹ ਵਪਾਰੀ ਨੇ ਹੁਣ। ਹੁਣ ਹਰ ਇੱਕ ਨੇ, ਤੁਸੀਂ ਕੋਈ ਪੋਲੀਟੀਕਲ ਪਾਰਟੀ ਕਰ ਲਓ, ਉਹ ਸਿਆਸਤ 'ਚ ਇਸ ਵਾਸਤੇ ਨਹੀਂ ਆਉਂਦੀ ਮੈਂ ਸਿਆਸਤ ਚੰਗੀ ਕਰਨੀ ਹੈ, ਲੋਕਾਂ ਨੂੰ ਕੋਈ ਸਹੂਲਤ ਦੇਣੀ ਹੈ, ਕੋਈ ਨਿਯਮ ਚੰਗੇ ਬਣਾਉਣੇ। ਆਉਂਦੀ ਹੈ ਮੈਂ ਪੈਸਾ ਕਿਵੇਂ ਬਣਾਉਣਾ ਹੈ, ਚਾਹੇ ਬਿਜ਼ਨਸ 'ਚ ਬਣਾਉਣਾ ਹੈ, ਚਾਹੇ ਖੇਤੀ 'ਚ ਬਣਾਉਣਾ, ਪੈਸਾ ਕਿਵੇਂ ਬਣਾਉਣਾ ਹੈ। ਹੁਣ ਜਿਹੜੀ ਆ ਬਿਜਲੀ ਦੀ ਸਬਸਿਡੀ ਦਾ ਰੌਲਾ ਪਾਇਆ ਜਾਂਦਾ ਹੈ, ਕੈਲਕੂਲੇਟ ਕਰਕੇ ਦੇਖ ਲਓ, ਜਿਹੜੇ ਵੱਡੇ ਸਿਆਸਤਦਾਨ ਨੇ, ਬਾਦਲ ਸਾਹਿਬ ਨੂੰ ਕਿੰਨੀ ਸਬਸਿਡੀ ਜੋ ਮਿਲਦੀ ਹੈ ਖੇਤੀ ਦੀ, ਉਹ ਆਪੇ ਤੁਹਾਨੂੰ ਪਤਾ ਲੱਗ ਜੂ ਵੀ ਕਿੰਨੀ ਮਿਲਦੀ ਹੈ। ਠੀਕ ਹੈ ਨਾ? ਬਿਲਕੁਲ ਸੋ ਦੂਜਾ ਪਾਰਟ ਇਹ ਹੈ। ਤੀਜਾ ਪਾਰਟ ਜੀ ਉਹਦੇ 'ਚ ਜੀ ਹਜ਼ੂਰੀ ਕਰਤੀ। ਹੁਣ ਅੱਗੇ ਪਾਰਟੀਆਂ ਦੇ ਬਿਲਕੁਲ ਵਿੱਚ ਡੈਮੋਕ੍ਰੇਸੀ ਸੀ, ਉਹ ਜੀ ਹਜ਼ੂਰੀ ਦੇ ਉੱਤੇ ਮੋਦੀ ਸਾਹਿਬ ਸਭ ਤੋਂ ਜ਼ਿਆਦਾ ਪਿੱਛੇ ਨੇ। ਕਿਉਂਕਿ ਕਿਵੇਂ? ਮੋਦੀ ਸਾਹਿਬ ਦੇ ਬਿਨਾਂ ਪੱਤਾ ਨਹੀਂ ਹਿਲਦਾ। ਆ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਸੀ, ਅਮਿਤ ਸ਼ਾਹ ਨੇ ਵੀ ਜਦ ਗੱਲ ਕਰੀ, ਉਦੋਂ ਕਹਿੰਦੇ ਜੀ ਅਸੀਂ ਰਾਏ ਕਰ ਲਈਏ। ਰਾਏ ਕਿਹਦੇ ਨਾਲ ਕਰਨੀ? ਮੋਦੀ ਸਾਹਿਬ ਨਾਲ ਹੀ ਕਰਨੀ ਹੈ ਨਾ। ਪਿਊਸ਼ ਗੋਇਲ ਉੱਥੇ ਨੇ, ਤੋਮਰ ਜੀ ਉੱਥੇ ਨੇ, ਸੋਮਨਾਥ ਉੱਥੇ ਨੇ, ਅਮਿਤ ਸ਼ਾਹ ਉੱਥੇ ਨੇ। ਫਿਰ ਰਾਏ ਤਾਂ ਫਿਰ ਮੋਦੀ ਸਾਹਿਬ ਨਾਲ ਹੀ ਕਰਨੀ ਹੈ। ਸੋ ਜਦ ਇੱਕ ਵਿਅਕਤੀਗਤ ਤੌਰ ਤੇ ਵੀ ਉਤਲੇ ਦਾ ਜਮਾਂ ਹੀ ਹੁਕਮ ਮੰਨਣਾ ਹੈ, ਕਿਉਂਕਿ RSS ਤਾਂ ਇਹ ਆਮ ਹੀ ਹੈ ਨਾ ਵੀ ਜੋ ਉੱਤੇ ਕਹਿਤਾ ਉਤਲੇ ਨੇ, ਚੰਗਾ ਹੈ ਮਾੜਾ ਹੈ, ਉਹਨੂੰ ਸਵਾਲ ਕਰਨਾ ਹੀ ਨਹੀਂ। ਜਦ ਸਵਾਲ ਕਰਨਾ ਬੰਦ ਹੋ ਜੇ ਨਾ ਸੁਖਵਿੰਦਰ ਜੀ, ਉਦੋਂ ਸਮਾਜ ਥੱਲੇ ਜਾਂਦਾ ਹੈ। ਜਦ ਬੰਦਾ ਹਿੰਦੀ ਹੋ ਜੇ, ਅੱਜ ਅਮਰੀਕਾ ਦੀ ਐਡੀ ਵੱਡੀ ਡੈਮੋਕ੍ਰੇਸੀ ਜਿਹਦੀ ਦੁਨੀਆ ਐਗਜ਼ਾਮਪਲ ਦਿੰਦੀ ਸੀ, ਕਿਉਂਕਿ ਟਰੰਪ ਸਾਹਿਬ ਤੇ ਮੋਦੀ ਸਾਹਿਬ ਰਲੀ ਹੋਏ ਸੀ, ਇੱਕੋ ਜਿਹੀ ਐਟੀਟਿਊਡ ਨੇ ਇਹਨਾਂ ਦੇ। ਉਹ ਟਰੰਪ ਦੀ ਤਾਂ ਫੱਟੀ ਜੀ ਪੋਚੀ ਗਈ, ਉਹਨੇ ਉੱਥੇ ਗੋਲੀ ਚਲਵਾ ਕੇ ਅਮਰੀਕਾ ਦੀ ਡੈਮੋਕ੍ਰੇਸੀ ਦਾ ਨੱਕ ਵੱਢਤਾ।
ਇਸੇ ਤਰ੍ਹਾਂ ਹੀ ਇੱਥੇ ਮੋਦੀ ਸਾਹਿਬ ਨੇ ਜਾ ਕੇ ਉੱਥੇ ਇਹ ਕਹਿ ਕੇ ਅਬ ਕੀ ਵਾਰ ਟਰੰਪ ਸਰਕਾਰ ਹਿੰਦੁਸਤਾਨ ਦਾ ਨੱਕ ਵੱਢਤਾ ਸੀ ਭਾਰਤ ਦਾ, ਤੇ ਹੁਣ ਇਹ ਭਾਰਤ ਦਾ ਕਿਸਾਨੀ ਅੰਦੋਲਨ ਵੇਲੇ ਵੀ ਮੋਦੀ ਸਾਹਿਬ ਇਹਦਾ ਨੱਕ ਵੱਢਣਗੇ। ਮੈਂ ਤੁਹਾਨੂੰ ਅੱਜ ਜੀ ਦੱਸ ਦਵਾਂ ਇਹ ਨੱਕ ਬਿਲਕੁਲ। ਵੱਢਿਆ ਜਾਏਗਾ ਅੱਛਾ ਦੇਸ਼ ਦਾ। ਹੁਣ ਜੀ ਡਾਕਟਰ ਸਾਹਿਬ, ਹੁਣ ਇੱਕ ਮੇਰਾ ਆਖਰੀ ਸਵਾਲ ਹੈ। ਆਪਾਂ ਤੁਸੀਂ ਉਹਦੇ ਅਖੀਰ ਦੇ ਵਿੱਚ ਕਿਸਾਨੀ ਸੰਘਰਸ਼ ਦੇ ਬਾਰੇ ਵੀ ਟਿੱਪਣੀ ਉਹਦੇ ਤੇ ਕਰ ਦਿਓ ਕਿ ਹੁਣ ਕਿੱਦਾਂ ਦੇਖਦੇ ਹੋ। ਪਰ ਮੇਰੇ ਦਿਮਾਗ ਵਿੱਚ ਚੱਲ ਰਿਹਾ ਸੀ ਕਿ ਜਦੋਂ ਹੁਣ ਲੋਕ ਕਹਿਣਗੇ ਕਿ ਵਿਕਾਸ ਦੀ ਗੱਲ ਹੁੰਦੀ ਹੈ, ਜਦੋਂ ਜਿਵੇਂ ਕਹਿ ਦਿੰਦੇ ਨੇ ਕਿ ਅਸੀਂ ਸੜਕਾਂ ਬਣਾ ਦਿੱਤੀਆਂ, ਵੱਡੇ ਵੱਡੇ ਹਾਈਵੇ ਬਣਾ ਦਿੱਤੇ, ਪੁਲ ਬਣਾ ਦਿੱਤੇ ਅਸੀਂ। ਹੁਣ ਇੱਕ ਨਵੀਂ ਖਬਰ ਇੱਕ ਹੋਰ ਚੱਲ ਰਹੀ ਹੈ ਕਿ ਕਿਸਾਨਾਂ ਨੂੰ ਕਹਿ ਦਿੱਤਾ ਕਿ ਤੁਹਾਡੀ ਜ਼ਮੀਨ ਐਕਵਾਇਰ ਕਰਨੀ ਹੈ, ਜਿਹੜੀ ਜ਼ਮੀਨ ਕਿਸਾਨਾਂ ਦੀ ਵੱਡੇ ਹਾਈਵੇ ਦੇ ਵਿਚਾਲੇ ਆਉਣੀ ਹੈ, ਬਠਿੰਡੇ ਵੱਲ ਨੂੰ ਜਾਣਾ, ਕੋਈ ਮੈਂ ਪੜ੍ਹ ਰਿਹਾ ਸੀ, ਤੇ ਉਹਦੇ ਵਿੱਚ ਉਹ ਕਹਿੰਦੇ ਐਕਵਾਇਰ ਕਰਨੀ ਹੈ। ਕਿਸਾਨ ਕਹਿੰਦੇ ਕਿ ਅਸੀਂ ਉਹ ਜ਼ਮੀਨ ਨਹੀਂ ਦੇਣੀ, ਸਾਡੀ ਖੇਤੀਯੋਗ ਜ਼ਮੀਨ ਹੈ, ਤੁਸੀਂ ਜਿਹੜੀ ਜ਼ਮੀਨ ਤੋਂ ਉਪਜਾਊ ਜ਼ਮੀਨ ਹੈ ਉਹਨੂੰ ਇਹਦੇ ਥੱਲੇ ਕਿਉਂ ਲੈ ਕੇ ਆ ਰਹੇ ਹੋ। ਲੋਕ ਇਹ ਗੱਲ ਕਹਿਣਗੇ, ਮੈਂ ਲੋਕਾਂ ਦਾ ਸਵਾਲ ਇਸ ਕਰਕੇ ਕਰਦਾ ਕਿਉਂਕਿ ਲੋਕਾਂ ਦੇ ਮਨ ਜਿਹੜਾ ਸ਼ੰਕਾ ਉਹ ਵੀ ਦੂਰ ਹੋਵੇ। ਲੋਕ ਇਹ ਗੱਲ ਕਹਿਣਗੇ ਕਿ ਜਦੋਂ ਸਰਕਾਰ ਵਿਕਾਸ ਕਰਦੀ ਹੈ ਤਾਂ ਕਿਸਾਨਾਂ ਨੂੰ ਇਹਦੇ ਵਿੱਚ ਅੜਿੱਕਾ ਨਹੀਂ ਬਣਨਾ ਚਾਹੀਦਾ, ਇਹ ਲੋਕਾਂ ਦੀ ਸੋਚ ਹੋਏਗੀ। ਇਹਨੂੰ ਥੋੜਾ ਜਿਹਾ ਕਲੀਅਰ ਕਰੋ ਕਿ ਕੀ ਇਹ ਵਿਕਾਸ ਮੰਨਿਆ ਜਾਵੇ ਕਿ ਉਹ ਪੁਲ ਬਣਾ ਦਿੱਤੇ ਜਾਣ ਤੇ ਜਿਹੜੀਆਂ ਉਹ ਜ਼ਮੀਨਾਂ ਦੀ ਹਿੱਕ ਪਾੜ ਕੇ ਵਿੱਚੋਂ ਲੰਘ ਜਾਣ ਤੇ ਕਿਸਾਨ ਫਿਰ ਮਾਰਾ ਫਿਰੇ, ਮਾਰ ਫਿਰ ਉੱਥੇ ਪੈਂਦੀ ਹੈ। ਕੋਈ ਹੋਰ ਰਾਹ ਨਹੀਂ ਲੱਭ ਸਕਦਾ ਵਿਕਾਸ ਦਾ? ਅੱਧੇ ਸਵਾਲ ਦਾ ਤੁਸੀਂ ਆਪ ਹੀ ਜਵਾਬ ਦੇਤਾ। ਵਿਕਾਸ ਕਿਹਨੂੰ ਕਹਿਣਾ ਇੱਕ ਸਵਾਲ ਹੈ, ਲੋਕ ਕਿਹਨੂੰ ਕਹਿਣਾ ਇਹ ਵੀ ਦੂਜਾ ਸਵਾਲ ਹੈ। ਤੁਸੀਂ ਕਹਿਣਾ ਵੀ ਲੋਕ ਕਹਿੰਦੇ ਨੇ, ਕੌਣ ਲੋਕ ਕਹਿੰਦੇ ਨੇ? ਉਹ ਲੋਕ ਕਹਿੰਦੇ ਜਿਹੇ 4 ਮੈਂਬਰਾਂ ਦੀ ਕਮੇਟੀ ਬਣੀ ਹੈ। ਇੱਕ ਲੋਕ ਜਿਨ੍ਹਾਂ ਨੂੰ ਲੋਕ ਕਿਹਾ ਜਾਂਦਾ ਹੈ ਉਹ ਨੇ ਜਿਹੜੇ ਧਨ ਇਕੱਠਾ ਕਰਨਾ ਚਾਹੁੰਦੇ ਨੇ, ਇਸ ਮਾਡਲ ਦੇ ਸਮਰਥਕ ਨੇ ਕਿ ਆਮ ਬੰਦਾ ਭੁੱਖਾ ਮਰੇ, ਚਾਹੇ ਜੇ ਉਹ ਅਨਪੜ੍ਹ ਹੈ ਭੁੱਖਾ ਮਰੇ। ਉਹ ਇਨਸਾਨੀਅਤ ਦੇ ਉਲਟ ਨੇ, ਉਹ ਕੁਦਰਤ ਦੇ ਉਲਟ ਨੇ। ਉਹ ਕਹਿੰਦੇ ਐਨ ਧੱਕੇ ਨਾਲ ਪੈਸਾ ਇਕੱਠਾ ਕਰੋ, ਤਾਕਤ ਨਾਲ ਇਕੱਠਾ ਕਰੋ, ਸਾਰੇ ਸਰਮਾਏ ਤੇ ਕਬਜ਼ਾ ਕਰੋ, ਕੁਦਰਤ ਦਾ ਘਾਣ ਕਰੋ ਤੇ ਨਾਲ ਲੋਕਾਂ ਨੂੰ ਦੋਸ਼ੀ ਠਹਿਰਾਓ ਵੀ ਜੇ ਮਲੇਰੀਆ ਫੈਲਿਆ ਤੁਸੀਂ ਜ਼ਿੰਮੇਵਾਰ ਹੋ। ਆ ਕਰੋਨਾ 'ਚ ਇਹੀ ਕੁਛ ਕਰਿਆ। 499 ਕੇਸ ਦੇ ਉੱਤੇ ਲੋਕਾਂ ਨੇ ਤਾਂ ਨਹੀਂ ਲਾਇਆ ਸੀ ਨਾ ਵੀ ਬੰਦ ਕਰ ਦਿਓ ਸਾਰਿਆਂ ਨੂੰ ਅੰਦਰ, ਠੀਕ ਹੈ। ਉਹਨਾਂ ਮਾਹਰਾਂ ਨੇ, ਉਹਨਾਂ ਅਰਥ ਸ਼ਾਸਤਰੀਆਂ ਨੇ ਲਵਾਇਆ ਸੀ ਨਾ ਵੀ ਚਲੋ ਇਹਨੂੰ ਬੰਦ ਕਰੋ ਸਾਰੇ ਕਾਸੇ ਨੂੰ, ਨਹੀਂ ਕਰੋਨਾ ਫੈਲ ਜਾਣਾ, ਲੋਕਾਂ ਨੇ ਮਰ ਜਾਣਾ। ਪਰ ਜਿੱਦਾਂ 1 ਲੱਖ ਕੇਸ ਆਉਣ ਲੱਗਿਆ ਉਹਦੇ ਚੁੱਕਤਾ ਸਭ ਕੁਛ। ਇਹ ਉਹਨਾਂ ਹੀ ਮਾਹਰਾਂ ਦੇ ਕਹੇ ਤੋਂ ਕਰਿਆ ਸੀ। ਇਹਦਾ ਮਤਲਬ ਮਾਰ ਨੂੰ ਆਪਾਂ ਕਿਵੇਂ ਵਿਸ਼ਵਾਸ ਕਰੀਏ? ਜਿਹੜਾ ਮਰੀਜ਼ ਨੂੰ, ਜੇ ਉਹ ਸਰਜਨ ਤੇ ਕਿਉਂ ਵਿਸ਼ਵਾਸ ਕਰੀਏ ਜਿਹੜਾ ਰੋਜ਼ ਹੀ ਮਰੀਜ਼ ਨੂੰ ਮਾਰ ਕੇ ਗਿੱਧਾ ਪਾਈ ਜਾਂਦਾ? ਸੋ ਇੱਕ ਤਾਂ ਇਹ ਹੈ ਵੀ ਜਿਹੜਾ ਇਹ ਕਹਿੰਦੇ ਵਿਕਾਸ ਹੈ, ਵਿਕਾਸ ਕੀ ਹੈ? ਪੁਲ ਦੇ ਉੱਤੋਂ ਦੀ ਲੰਘ ਰਿਹਾ। ਤੇਜ਼ ਸਪੀਡ ਕਿਹਨੂੰ ਚਾਹੀਦੀ? ਕਾਰ ਵਾਲੇ ਨੂੰ, ਵੱਡੀ ਕਾਰ ਵਾਲੇ ਨੂੰ ਚਾਹੀਦੀ ਹੈ। ਆਮ ਸਧਾਰਨ ਕਾਰ ਵਾਲੇ ਨੂੰ ਵੀ ਤੇਜ਼ ਸਪੀਡ ਦੀ ਲੋੜ ਨਹੀਂ। ਉਹ ਜਾਂਦਾ ਕਿਤੇ ਰਿਸ਼ਤੇਦਾਰੀ 'ਚ, ਕਿਤੇ ਕੰਮ, ਉਹ ਕਹਿੰਦਾ ਯਾਰ ਅੱਧਾ ਘੰਟਾ ਲੇਟ ਪਹੁੰਚ ਜਾਂਗੇ, ਪਹਿਲਾਂ ਚੱਲ ਪਾਂਗੇ। ਰੇਹੜੀ ਵਾਲੇ ਨੂੰ, ਰਿਕਸ਼ੇ ਵਾਲੇ ਨੂੰ, ਸਾਈਕਲ ਵਾਲੇ ਨੂੰ, ਗੱਡੇ ਵਾਲੇ ਨੂੰ, ਟਰਾਲੀ ਵਾਲੇ ਨੂੰ, ਸਕੂਟਰ ਵਾਲੇ ਨੂੰ, ਤਾਂਗੇ ਵਾਲੇ ਨੂੰ, ਪੈਦਲ ਵਾਲੇ ਨੂੰ, ਉਹਦਾ ਤਾਂ ਹਾਲ ਹੀ ਮਾੜਾ ਹੋ ਗਿਆ। ਉਹ ਕੀ ਕਰਦਾ ਹੁਣ? ਰੇਹੜੇ ਵਾਲਾ ਆ ਤੁਹਾਡੇ ਪੁਲ ਬਣਿਆ ਹੋਇਆ ਹੈ ਜਿਹੜਾ ਆਪਣਾ ਹੈ 21 ਨੰਬਰ ਫਾਟਕ ਤੇ 22 ਨੰਬਰ ਤੇ, ਜੇ ਉੱਥੋਂ ਦੀ ਰੇਹੜ ਲੰਘਣਾ ਹੋਵੇ, ਪਹਿਲਾਂ ਤਾਂ ਜਦੋਂ ਚੜ੍ਹਨਾ ਉਦੋਂ ਤਾਂ ਉਹਨੇ ਪਿੱਛੋਂ ਧੱਕਾ ਲਾਉਣਾ ਜ਼ੋਰ ਨਾਲ ਵੀ ਪਿੱਛੇ ਉਡਾਰ ਹੀ ਨਾ ਹੋ ਜੇ, ਕਿਉਂਕਿ ਉਹ ਪਿਛਲਾ ਪਾਸਾ ਨੀਮ ਹੈ। ਜਦੋਂ ਉਹਨੇ ਥੱਲੇ ਵਾਲੇ ਉਤਰਾਈ ਵੱਲ ਨੂੰ ਆਉਣਾ ਉਦੋਂ ਉਹਨੇ ਲਗਾਮ ਖਿੱਚ ਕੇ ਰੱਖਣੀ ਆ ਵੀ ਕਿਤੇ ਘੋੜਾ ਤਿਲਕ ਹੀ ਨਾ ਜਾਵੇ। ਉਹਦੇ ਵਾਸਤੇ ਤਾਂ ਰਸਤਾ ਵੀ ਲੰਬਾ ਹੋ ਗਿਆ, ਉਹਦੇ ਵਾਸਤੇ ਜ਼ੋਰ ਵੀ ਜ਼ਿਆਦਾ ਲਾਉਣਾ ਪੈ ਗਿਆ, ਟਾਈਮ ਵੀ ਜ਼ਿਆਦਾ ਲੱਗਦਾ। ਉਹਦਾ ਤਾਂ ਗਿਆ ਨਾ। ਇਹੀ ਰਿਕਸ਼ੇ ਵਾਲਿਆਂ ਦਾ ਹਾਲ ਹੋ ਗਿਆ। ਹੁਣ ਤੁਹਾਨੂੰ ਪਤਾ ਹੀ ਹੈ ਪੁਲਾਂ ਉੱਤੋਂ ਰਿਕਸ਼ੇ ਵਾਲਿਆਂ ਦਾ ਕੀ ਹਾਲ ਹੁੰਦਾ। ਇਹੀ ਸਕੂਟਰ ਵਾਲਿਆਂ ਦਾ ਹੋ ਗਿਆ ਵੀ ਲੰਬਾ ਰਸਤਾ ਤਾਂ ਪੈ ਹੀ ਗਿਆ। ਸਾਈਕਲ ਵਾਲਿਆਂ ਵਾਸਤੇ ਬਹੁਤ ਹੀ ਔਖਾ ਹੋ ਗਿਆ। ਉਹ ਤਾਂ ਕਈ ਵਾਰੀ ਫਿਰ ਰੇਲਵੇ ਲਾਈਨ ਹੀ ਟੱਪਦੇ ਨੇ ਵੀ ਦੇਖੀ ਜੋ ਜੇ ਐਕਸੀਡੈਂਟ ਹੋ ਜੂ ਤਾਂ ਹੋ ਜੇ। ਠੀਕ ਹੈ। ਸੋ ਇਹ ਜਿਹੜੀਆਂ ਸੜਕਾਂ ਨੇ, ਇਹ ਜਿਹੜੇ ਵੱਡੇ ਪੁਲ ਨੇ, ਇਹ ਉਹੀ ਜਿਹੜੀ ਪਾਲਿਸੀ ਹੈ WTO ਦੀ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ, ਕਿ ਤੁਸੀਂ ਵਿਕਾਸ ਕਰੋ ਜੀ। ਇਹਨੂੰ ਵਿਕਾਸ ਕਿਹਾ ਜਾਂਦਾ ਹੈ। ਹੁਣ ਵਿਕਾਸ ਕੀ ਹੁੰਦਾ ਹੈ? ਵਿਕਾਸ ਹੁੰਦਾ ਹੈ ਜਦ ਤੁਸੀਂ ਚੰਗੇ ਸੋਹਣੇ ਇਨਸਾਨ ਬਣਾਉਣੇ ਹੋ, ਉਹਦੇ 'ਚ ਇਨਸਾਨੀਅਤ, ਕਦਰਾਂ ਕੀਮਤਾਂ ਹੋਣ, ਉਹਦੇ ਜਮਹੂਰੀਅਤ ਹੋਵੇ, ਉਹ ਦੂਜਿਆਂ ਦੀ ਕਦਰ ਕਰਦਾ ਹੋਵੇ, ਲੋਕ ਰਿਸ਼ਟ ਪੁਸ਼ਟ ਹੋਣ, ਲੋਕ ਗਿਆਨਵਾਨ ਹੋਣ, ਲੋਕ ਇੱਕ ਦੂਜੇ ਦਾ ਮਾਣ ਤਾਣ ਕਰਨ, ਲੋਕ ਮੇਲ ਮਿਲਾਪ ਨਾਲ ਰਹਿਣ। ਜੇ ਵਿਕਾਸ ਇਹ ਹੈ ਕਿ ਆਲੇ ਦੁਆਲੇ ਸਾਰੇ ਗੁਆਂਢੀਆਂ ਨਾਲ ਝਗੜਾ ਕਰਕੇ ਰੱਖਣਾ, ਲੋਕਾਂ ਨੂੰ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪੰਜਾਬੀ, ਮਰਾਠੀ, ਦਲਿਤ, ਨੌਨ ਦਲਿਤ, ਔਰਤ, ਮਰਦ, ਬੱਚੇ, ਬਜ਼ੁਰਗ ਦੇ ਨਾਂ ਤੇ ਪਾੜ ਕੇ ਰੱਖਣਾ, ਜੇ ਇਹਨੂੰ ਵਿਕਾਸ ਕਹਿਣਾ ਫਿਰ ਇਹ ਹੋਏਗਾ। ਫਿਰ ਇਹਨਾਂ ਦੇ ਹਿਸਾਬ ਨਾਲ ਮੈਂ ਤਾਂ ਇਹਨੂੰ ਵਿਕਾਸ ਨਾ ਦੁਨੀਆ ਦੇ ਵਿੱਚ ਕੋਈ ਸਮਾਜ ਸ਼ਾਸਤਰੀ, ਇਕੱਲਾ ਮੇਰੇ ਮੰਨਣ ਦੀ ਗੱਲ ਨਹੀਂ, ਅੱਜ ਤੱਕ ਕਿਸੇ ਸਮਾਜ ਸ਼ਾਸਤਰੀ ਨੇ ਇਹ ਨਹੀਂ ਮੰਨਿਆ। ਜਿਹੜੇ ਆਪਣੇ ਅਮ੍ਰਿਤਾ ਸੇਨ ਨੇ, ਪੜ੍ਹ ਕੇ ਦੇਖ ਲੈਣ ਕੋਈ, ਹੈ ਸਟਿਗਲਿਟਸ ਨੇ, ਉਹ ਪੜ੍ਹ ਕੇ ਦੇਖ ਲਓ, ਹੈ ਜੀ। ਤੇ ਪਿਕਟੀ ਨੇ ਲਿਖਿਆ ਜਿਹੜੀ ਹੁੰਦੀ, ਜਿਹੜੇ ਮਰਜ਼ੀ ਤੁਸੀਂ ਜਿਹੜੇ ਹੈਗੇ ਨੇ, ਸਾਡੇ ਗੁਰੂ ਨਾਨਕ ਦੇਵ ਜੀ ਨੇ, ਅਸੀਂ ਜੋ ਦੂਰ ਨਾ ਜਾਈਏ, ਸਿੱਖ ਧਰਮ ਸਾਰੇ ਨੂੰ ਪੜ੍ਹ ਕੇ ਦੇਖ ਲਓ, ਕਿਉਂ ਲੰਗਰ ਦੀ ਪ੍ਰਥਾ ਚੱਲੀ ਹੈ? ਲੰਗਰ 'ਚ ਸਾਰੇ ਬਰਾਬਰ ਨੇ ਨਾ। ਬਿਲਕੁਲ ਇਨਸਾਨੀਅਤ ਦਾ, ਬਰਾਬਰਤਾ ਦਾ, ਜਿਹੜਾ ਜਿਹਨੂੰ ਇਹ ਰੱਬ ਕਹਿੰਦੇ ਨੇ,
ਹੈ ਨਹੀਂ ਆ ਉਹ ਚ ਨਾ ਵੀ ਜਾਈਏ, ਉਹ ਰੱਬ ਕਿਤੇ, ਰੱਬ ਨੇ ਤਾਂ ਸਾਰੇ ਬਰਾਬਰ ਫਿਰ ਪੈਦਾ ਕਰੇ ਨੇ। ਇਹ ਉਰੇ ਬਿਲਕੁਲ, ਵੰਡੀਆਂ ਅਸਲ ਵਿੱਚ ਪਾਉਣਾ ਚਾਹੁੰਦੇ ਵਿਕਾਸ ਨੇ, ਉਹ ਹੈ। ਰੰਗ ਦੇ ਨਾਂ ਤੇ, ਜਾਤ ਦੇ ਨਾਂ ਤੇ, ਨਸਲ ਦੇ ਨਾਂ ਤੇ, ਬੋਲੀ ਦੇ ਨਾਂ ਤੇ, ਪਹਿਰਾਵੇ ਦੇ ਨਾਂ ਤੇ, ਧਰਮ ਦੇ ਨਾਂ ਤੇ ਇਹ ਵੰਡੀਆਂ ਪਾਉਣੀਆਂ ਚਾਹੁੰਦੇ ਨੇ। ਜਿਹੜੇ ਵੰਡੀਆਂ ਪਾ ਕੇ ਉਹਨੂੰ ਵਿਕਾਸ ਕਹਿੰਦੇ ਨੇ, ਵੀ ਆਹ ਇਹਨਾਂ ਨੇ ਤਾਂ ਇਹ ਵੀ ਕਹਿਤਾ ਸੀ ਵੀ ਜੀ ਭਾਰਤੀਆਂ ਦੇ ਤਾਂ ਨਾ ਜੀਨ ਬੜੇ ਤਕੜੇ ਨੇ, ਇਸ ਕਰਕੇ ਵਿਗਿਆਨੀਆਂ ਤੋਂ ਉਹ ਛਪਾਤੇ ਲੇਖ ਵੀ ਇੱਥੇ ਤਾਂ ਕਰੋਨਾ ਫੈਲਣਾ ਹੀ ਨਹੀਂ। ਜਿੱਦੇ ਇੱਥੇ ਹੋ ਗਿਆ 1 ਕਰੋੜ ਕੇਸ, ਹੈ ਉਹਦੇ ਫਿਰ ਹੀ ਦੇਖਣ ਲੱਖ ਰੋਜ਼ ਆਉਣ ਲੱਗ ਗਿਆ। ਉਹਨਾਂ ਨੂੰ ਪੁੱਛੋ ਵੀ ਤੁਹਾਡੇ ਤਾਂ ਲੱਖ ਆਉਂਦਾ ਹੈ, ਆਹ ਬਹੁਤ ਸਾਰੇ ਮਹਾਂਡਨ ਮੁਲਕ ਨੇ ਜਿੱਥੇ ਇੱਕ ਵੀ ਮੌਤ ਨਹੀਂ ਹੋਈ, ਫਿਰ ਉਹਨਾਂ ਦੇ ਜੀਨ ਕਿੱਧਰ ਗਏ? ਸੋ ਇਸ ਕਰਕੇ ਅਸੀਂ ਬਾਇਸ ਦੇ ਵਿੱਚੋਂ, ਜਿਹਨੂੰ ਆਪਾਂ ਕਹਿੰਦੇ ਦਵੈਸ਼ ਭਾਵਨਾ ਤੋਂ, ਜਿਵੇਂ ਆ ਕਮੇਟੀ ਵੀ ਬਣਾਈ ਹੈ, ਦਵੈਸ਼ ਹੈ ਸਿੱਧਾ। ਇਹ ਬਿਲਕੁਲ। ਸੁਪਰੀਮ ਕੋਰਟ ਦਾ ਮੈਂ ਮਾਨਯੋਗ ਕਹਿੰਦੇ ਨੇ, ਸੁਪਰੀਮ ਕੋਰਟ ਮਾਨਯੋਗ ਬੰਦੇ ਉਦੋਂ ਹੀ ਹੁੰਦੇ ਨੇ ਜਦੋਂ ਮਾਨਯੋਗ ਕੰਮ ਕਰਨ। ਮਾਨਯੋਗ ਬਿਨਾਂ ਕੰਮ ਕਰੇ ਨਹੀਂ ਹੁੰਦੇ। ਮੈਂ ਇੱਥੇ ਬੋਲ ਕੇ ਮੈਂ ਇਹੀ ਜੀ ਭਾਸ਼ਾ ਬੋਲਦਾ ਤੇ ਲੋਕ ਮੈਨੂੰ ਕਿਉਂ ਕਹਿਣਗੇ ਮਾਨਯੋਗ? ਮੈਂ ਹੋਵਾਂ ਪੜ੍ਹਿਆ ਲਿਖਿਆ, ਬਿਲਕੁਲ। ਮੈਂ ਹੋਵਾਂ ਉਹਦੇ ਵਾਲਾ, ਉਹ ਕਹਿਣਗੇ ਯਾਰ ਇਹਨੂੰ ਬੋਲਣਾ ਨਹੀਂ ਆਉਂਦਾ, ਇਹ ਤਾਂ ਇਨਸਾਫ ਹੀ ਨਹੀਂ ਕਰਦਾ। ਸੋ ਇਨਸਾਫ ਦੀ ਭਾਵਨਾ, ਇਨਸਾਨੀਅਤ ਦੀ ਭਾਵਨਾ ਜਦ ਖਤਮ ਹੁੰਦੀ ਹੈ, ਅੱਜ ਜਿਹੜੇ ਅੰਦੋਲਨ ਦੀ ਤੁਸੀਂ ਗੱਲ ਕਰਦੇ ਹੋ, ਜੋ ਉਸ ਜੀ, ਪਾਸੇ ਜੀ, ਨੂੰ ਜੀ। ਜਾਈਏ, ਇਹ ਵਿਕਾਸ ਜੀ, ਤਾਂ ਜੀ, ਹੈ ਜੀ। ਨਹੀਂ। ਵੱਡੇ ਵੱਡੇ ਬਿਲਕੁਲ। ਪੁਲ ਬਣਾਉਣੇ, ਲੋਕਾਂ ਦੀਆਂ ਜ਼ਮੀਨਾਂ ਖੋਹ ਲੈਣੀਆਂ, ਹੂੰ, ਜਿਹੜੀ ਉਪਜਾਊ ਜ਼ਮੀਨ ਆ ਉਹਦੀ ਹਿੱਕ ਪਾੜ ਕੇ ਉੱਤੇ ਲੋਹਾ ਪਾ ਦੇਣਾ ਤੇ ਉੱਤੇ ਬਿਲਕੁਲ। ਲੁੱਕ ਪਾ ਦੇਣੀ ਤੇ ਮੁੜ ਕੇ ਉਹਨੂੰ ਲੰਘਣ ਵੀ ਨਹੀਂ ਦੇਣਾ। ਬਿਲਕੁਲ। ਤੁਸੀਂ ਦੇਖੋ, ਜਿਹਦੀ ਜ਼ਮੀਨ ਲਈ ਉਹਨੂੰ 4 ਛਿੱਦੜ ਦੇ ਕੇ ਪਰਾਂ ਕਰਤਾ, ਜਿਹਨੇ ਉੱਤੇ ਲੁੱਕ ਪਾਈ ਹੈ ਉਹਨੂੰ ਕਹਤਾ ਇੱਥੇ ਟਾਲ ਲਾ ਲੈ, ਲੰਘਣ ਨਾ ਦੀ ਜਿੰਨਾ ਚਿਰ ਪੈਸਾ ਨਾ ਦੇਵੇ ਕੋਈ। ਇਹ ਬਿਲਕੁਲ। ਇਨਸਾਫ ਹੈ? ਜੇ ਇਹਨੂੰ ਇਨਸਾਫ ਮੰਨਿਆ ਜਾਂਦਾ ਹੈ ਤਾਂ ਮੈਂ ਉਹਦੇ ਖਿਲਾਫ ਹਾਂ। ਮੈਂ ਨਹੀਂ ਉਹਨੂੰ ਮੰਨਦਾ ਇਨਸਾਫ, ਤੇ ਦੁਨੀਆ ਵੀ ਉਹਨੂੰ ਬਹੁਤਾ ਹਿੱਸਾ ਨਹੀਂ ਮੰਨਦਾ। ਕਿਉਂਕਿ ਡਾਕਟਰ ਜੇ ਸਾਹਿਬ, ਤੁਸੀਂ ਕਿਸਾਨੀ ਸੰਘਰਸ਼ ਤੇ ਜਾਂਦੇ ਜਾਂਦੇ ਟਿੱਪਣੀ ਕਰ ਦਿਓ, ਹੁਣ ਕਿੱਦਾਂ ਬਸ ਦੇਖਦੇ ਹੋ ਸੁਪਰੀਮ ਇੱਕੋ ਲਾਈਨ ਕੋਰਟ ਚ ਨੇ ਜੋ ਕਰਾਂਗਾ, ਕਮੇਟੀ? ਬਿਲਕੁਲ, ਉਹਦੇ ਤੇ ਕਿਸਾਨੀ ਸੰਘਰਸ਼ ਦਾ ਹੁਣ ਅਗਲਾ ਪੜਾਅ ਆ ਗਿਆ ਜੀ। ਉਹਦੇ ਵਿੱਚ। ਪਹਿਲਾਂ ਇਹੀ ਹਰਬੇ ਜਿਹੜੇ ਹੁਣ ਸੁਪਰੀਮ ਕੋਰਟ ਰਾਹੀਂ ਵਰਤੇ ਗਏ ਨੇ, ਸਰਕਾਰ ਨੇ ਸਿੱਧੇ ਰੂਪ 'ਚ ਵਰਤਣ ਦੀ ਕੋਸ਼ਿਸ਼ ਕਰੀ ਸੀ ਕਿ ਜੀ ਤੁਸੀਂ ਕਮੇਟੀ ਬਣਾ ਲਓ, ਤੁਸੀਂ ਬਜ਼ੁਰਗਾਂ ਨੂੰ ਵਾਪਸ ਭੇਜ ਦਿਓ, ਬੱਚਿਆਂ ਨੂੰ ਵਾਪਸ ਭੇਜ ਦਿਓ, ਠੰਡ 'ਚ ਨਾ ਬੈਠਣ, ਤੁਸੀਂ ਬਦਲਾਅ ਕਰਵਾ ਲਓ ਕਿ ਅਸੀਂ ਕਿਹੜਾ ਅਜੇ ਬਿੱਲ ਤਾਂ ਚਾਲੂ ਨੇ, ਕੋਈ ਕਹਿੰਦੇ ਲਾਗੂ ਹੋ ਗਏ, ਕੋਈ ਕਹਿੰਦੀ ਨਹੀਂ ਲਾਗੂ ਹੋਏ, ਕੋਈ ਕਹਿੰਦਾ ਇਹਦਾ ਫਰਕ ਕੀ ਪੈਂਦਾ ਹੈ। ਹੁਣ ਸੁਪਰੀਮ ਕੋਰਟ ਰਾਹੀਂ ਉਹੀ ਕਹਾ ਹੈ ਵੀ ਕਾ ਕਮੇਟੀ ਬਣਾਤੀ ਜੀ। ਕਮੇਟੀ ਕਿੰਨਾ ਦੀ ਆ? ਜਿਹੜੇ ਕਹਿੰਦੇ ਬਿੱਲ ਠੀਕ ਨੇ, ਚਾਰੇ ਬੰਦੇ ਬਿਲਕੁਲ। ਮਸ਼ਹੂਰ ਨੇ ਵੀ ਬਿੱਲ ਠੀਕ ਨੇ, ਇਦਾਂ ਹੀ ਵੀ ਤੁਸੀਂ ਉਹਨਾਂ ਨੂੰ ਵਾਪਸ ਭੇਜ ਦਿਓ। ਸੋ ਹੁਣ ਮੈਨੂੰ ਐਂ ਲੱਗਦਾ ਹੈ ਵੀ ਕਿਸਾਨਾਂ ਨੇ ਆਪਦੇ ਸਟਰਗਲ ਨੂੰ ਹੋਰ ਤੇਜ਼ ਕਰਨਾ ਹੈ, ਔਰ ਉਹ ਤੇਜ਼ ਕਿਵੇਂ ਕਰਨਗੇ? ਟੂ ਮਾਈ ਮਾਈਂਡ, ਇੱਕ ਤਾਂ ਇਹਨੂੰ ਵਿਸ਼ਾਲ ਕਰਨਗੇ, ਦੂਜੀ ਗੱਲ ਇਹਨੂੰ ਹੋਰ ਸ਼ਾਂਤਮਈ ਰੱਖਣਗੇ, ਤੀਜੀ ਗੱਲ ਹੋਰ ਚੌਕਸ ਰਹਿਣਗੇ ਕਿ ਸਰਕਾਰ ਹੁਣ ਸੁਪਰੀਮ ਕੋਰਟ ਦੇ ਸਹਾਰੇ ਇੱਕ ਤਾਂ ਮੀਡੀਆ 'ਚ ਇਹਨਾਂ ਦਾ ਪ੍ਰਚਾਰ ਕਰੇ ਵੀ ਦੇਖੋ ਜੀ ਤਾਂ ਸੁਪਰੀਮ ਕੋਰਟ ਦੀ ਗੱਲ ਨਹੀਂ ਮੰਨਦੇ, ਇਹ ਕਿਹਦੀ ਮੰਨਣੀ ਆ? ਉਹਨਾਂ ਨੂੰ ਪੁੱਛੋ ਵੀ ਜੇ ਕਾਬੇ 'ਚੋਂ ਕੁਫਰ ਨਿਕਲੇਗਾ ਅਸੀਂ ਕਿਉਂ ਮੰਨਾਂਗੇ, ਜਿੱਥੋਂ ਜਿੱਥੋਂ ਕੁਫਰ ਹੀ ਨਿਕਲਣਾ ਹੈ। ਤੇ ਤੀਜੀ ਗੱਲ ਇਹ ਕਹਿਣਗੇ, ਇਹ ਆਪਦੇ ਨਾ ਹੁਣ ਏਜੰਸੀਆਂ ਦੇ ਰਾਹੀਂ ਬੰਦੇ ਭੇਜਣਗੇ ਉੱਥੇ ਹੋਰ ਜ਼ਿਆਦਾ ਤੋੜ ਭੰਨ ਦੀਆਂ ਕਾਰਵਾਈਆਂ ਵਾਸਤੇ। ਉਹ ਤੋੜ ਭੰਨ ਦੀਆਂ ਕਾਰਵਾਈਆਂ ਤੋਂ ਚੌਕਸ ਰਹਿਣਗੇ ਤੇ ਪਰੇਡ ਦੇ ਉੱਤੇ ਫੈਸਲਾ ਹੋਣਾ ਹੈ। ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਪਰੇਡ ਉਸ ਤਰੀਕੇ ਨਾਲ, ਕਿਉਂਕਿ ਉਹਨਾਂ ਨੇ ਪੁਲਿਸ ਕਮਿਸ਼ਨਰ ਨੇ ਪਹਿਲਾਂ ਹੀ ਇਹ ਪਤਾ ਕਿ ਇਹ ਤਾਂ ਡਿਸਟਰਬ ਕਰਨਗੇ। ਸੋ ਜਦ ਤੁਸੀਂ ਦੋਸ਼ ਲਾ ਕੇ ਗੱਲ ਕਰੋਗੇ, ਮੈਂ ਲਾਸਟ ਇੱਕੋ ਗੱਲ ਕਹਿਣੀ ਚਾਹਾਂਗਾ, ਮੈਂ ਜੀ, ਜੀ। ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹਾਂਗਾ, ਮੈਂ ਸੁਪਰੀਮ ਕੋਰਟ ਨੂੰ ਵੀ, ਅਜੇ ਕੇਸ ਉਹਨਾਂ ਕੋਲ ਹੈ, ਵੀ ਇਸ ਅੱਗ ਨਾਲ ਨਾ ਖੇਡੋ। ਤੁਸੀਂ ਉੱਚੇ ਅਹੁਦੇ ਤੇ ਬੈਠੇ ਹੋ, ਤੁਹਾਨੂੰ ਸਾਰੀ ਦੁਨੀਆ ਮੰਨਦੀ ਹੈ, ਪੂਰਾ ਭਾਰਤ ਮੰਨਦਾ, ਤੁਸੀਂ ਸੰਵਿਧਾਨਕ ਸੰਸਥਾ, ਭਾਰਤ ਨੂੰ ਅੱਗ ਲੱਗ ਜਾਣੀ ਹੈ। ਜੋ ਬਿਲਕੁਲ। ਸਿਚੁਏਸ਼ਨ ਹੋਈ ਸੀ 84 'ਚ, ਇਹ ਕਹਿ ਕੇ ਖਾਲਿਸਤਾਨੀ ਨੇ, ਵੱਖਵਾਦੀ ਨੇ, ਫਲਾਣਾ ਨੇ, ਹੋਇਆ ਵੱਖਵਾਦ ਕੋਈ? ਤੁਹਾਡੇ ਖਿਆਲ 'ਚ ਵੀ ਬਲਿਊ ਸਟਾਰ ਨੇ ਵੱਖਵਾਦ ਰੋਕਤਾ? ਜਿਨ੍ਹਾਂ ਦੀ ਇਹ ਖਾਮ ਖਿਆਲੀ ਹੈ ਕਿ ਬਲਿਊ ਸਟਾਰ ਨੇ ਵੱਖਵਾਦ ਰੋਕਤਾ, ਉਹ ਬੜੀ ਦਿਮਾਗ ਛੋਟੇ ਜੀ ਗੱਲ ਕਰਦੇ ਨੇ। ਕੋਈ ਬਲਿਊ ਸਟਾਰ ਨੇ ਨਹੀਂ ਰੋਕਿਆ ਵੱਖਵਾਦ। ਬਲਿਊ ਸਟਾਰ ਨੇ ਬਲਕਿ ਲੋਕਾਂ 'ਚ ਬੇਗਾਨਗੀ ਦੀ ਭਾਵਨਾ ਪੈਦਾ ਕਰੀ ਹੈ। ਇੱਕ ਬਹਾਦਰ ਜਿਹੜੀ ਕੌਮ ਸੀ ਉਹਨੂੰ ਬਿਲਕੁਲ ਬੇਜ਼ਾਰ ਕਰਿਆ, ਇੰਨਾ ਕਤਲੇਆਮ ਹੋਇਆ, ਨੁਕਸਾਨ ਹੋਇਆ। ਹੁਣ ਦੁਬਾਰਾ ਇਹ ਨੁਕਸਾਨ ਨਾ ਕਰਨ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੰਨ ਲਓ ਅੰਬਾਨੀ ਅਡਾਨੀ ਦੇ ਬਣਨ ਦੀ ਬਜਾਏ ਲੋਕਾਂ ਦੇ ਬਣੋ। ਪਰ ਰਾਜਾ ਉਹੀ ਚੰਗਾ ਹੁੰਦਾ ਹੈ, ਹੁਕਮਰਾਨ ਉਹੀ ਚੰਗਾ ਹੁੰਦਾ ਹੈ ਜਿਹੜਾ ਪ੍ਰਜਾ ਦਾ ਧਿਆਨ ਰੱਖਦਾ ਹੈ, ਨਾ ਕਿ ਆਪਦਿਆਂ ਦਾ, ਨਾ ਕਿ ਚਾਰਾਂ ਦਾ, ਨਾ ਕਿ ਆਪਦੇ ਦੋਸਤਾਂ ਦਾ। ਸੋ ਅੰਬਾਨੀ ਅਡਾਨੀ ਨੂੰ ਛੱਡ ਕੇ ਬਿੱਲ ਕਿਸੇ ਨੇ ਮੰਗੇ ਨਹੀਂ। ਤੁਸੀਂ ਕਹਿੰਦੇ ਹੋ ਕਿਸਾਨ ਦੇ ਫਾਇਦੇ 'ਚ ਨੇ, ਤੁਸੀਂ ਨਾ ਦਿਓ ਭਾਈ ਚੰਗਾ, ਜੇ ਤੇਰੇ ਫਾਇਦੇ 'ਚ ਨਹੀਂ ਫਿਰ ਨਹੀਂ ਕਰਦੇ। ਬਿੱਲ ਵਾਪਸ ਲੈਣ 'ਚ ਕੋਈ ਇਹਨਾਂ ਦੀ ਬੇਇੱਜ਼ਤੀ ਨਹੀਂ ਹੈ। ਇਹ ਹੰਕਾਰ ਹੈ। ਹੰਕਾਰੀ ਰਾਜੇ ਹਮੇਸ਼ਾ ਡੁੱਬਦੇ ਆਏ ਨੇ, ਹੰਕਾਰੀ ਕਦੇ ਬਚੇ ਨਹੀਂ ਦੁਨੀਆ ਦੇ ਵਿੱਚ। ਇਹ ਭੁਲੇਖਾ ਹੁੰਦਾ 2-4 ਦਿਨ ਚੱਲਦੀ ਹੈ। ਉਹ ਤਾਂ ਹੇਮੂ ਨੇ ਵੀ ਚੰਮਦੀਆਂ ਚਲਾਣੀਆਂ ਸੀ। ਸੋ ਚੰਮਦੀਆਂ ਚਲਾਉਣ ਵਾਲੀ ਗੱਲ ਬਹੁਤੀ ਦੇਰ ਨਹੀਂ ਚੱਲਣੀ। ਪਰ ਮੇਰੀ ਬੇਨਤੀ ਇਹ ਹੈ, ਮੈਂ ਇਹ ਨਹੀਂ ਚਾਹੁੰਦਾ ਕਿ ਇਹ ਵੀ ਡੁੱਬ, ਕਿਉਂਕਿ ਕੋਈ ਹੋਰ ਵੀ ਨਹੀਂ ਹੈਗੇ ਦੇਸ਼ ਦੇ ਵਿੱਚ। ਜੇ ਅਸੀਂ ਦੇਖੀਏ, ਇਸ ਅੰਦੋਲਨ 'ਚੋਂ ਇੱਕ ਨਵੀਂ ਸਿਆਸਤ ਸਿਰਜੀ ਜਾਏਗੀ। ਉਹ ਸਿਆਸਤ ਜਿਹੜਾ ਸਾਡਾ ਸੰਵਿਧਾਨ ਹੈ, ਜਿਹੜਾ ਕਹਿੰਦਾ ਹੈ ਭਾਰਤ ਦੈਟ ਇਜ਼ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ।
ਉਹ ਯੂਨੀਅਨ ਆਫ ਸਟੇਟ ਦੀ ਸਿਆਸਤ ਸਿਰਜੀ ਜਾਏਗੀ। ਉਹ ਲੋਕਾਂ ਦੇ ਵਿੱਚ ਮੁਹੱਬਤ ਦੀ, ਪਿਆਰ ਦੀ, ਇੱਕ ਦੂਜੇ ਦੀ ਮਦਦ ਕਰਨ ਦੀ, ਇੱਕ ਦੂਜੇ ਦੇ ਸਹਾਈ ਹੋਣ ਦੀ, ਇੱਕ ਦੂਜੇ ਨੂੰ ਇਨਸਾਨ ਸਮਝਣ ਦੀ, ਇੱਕ ਦੂਜੇ ਨੂੰ ਬਰਾਬਰ ਸਮਝਣ ਦੀ, ਇੱਕ ਦੂਜੇ ਨੂੰ ਬੋਲਣ ਦੀ ਇਜਾਜ਼ਤ ਦੇਣ ਦੀ, ਚੰਗੀ ਸਿਹਤ, ਚੰਗੀ ਸਿੱਖਿਆ ਤੇ ਚੰਗੇ ਵਾਤਾਵਰਨ ਦੀ ਸਿਆਸਤ ਇਹਦੇ ਵਿੱਚੋਂ ਨਿਕਲੇਗੀ। ਉਹ ਲੰਬਾ ਪੈਂਡਾ, ਆਪਾਂ ਨੂੰ ਪਤਾ ਹੀ ਹੈ ਵਿਕਾਸ ਦਾ ਪੈਂਡਾ ਲੰਬਾ ਹੁੰਦਾ ਹੈ, ਉਹ ਲੰਬਾ ਪੈਂਡਾ ਹੈ। ਜੀ ਜੀ, ਕਿਸਾਨੀ ਉਹਦੇ 'ਚ ਲੀਡ ਕਰ ਰਹੀ ਹੈ, ਇਹ ਗੱਲ ਮੈਂ ਕਹਾਂਗਾ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਸ਼ੁਕਰੀਆ ਜੀ, ਬਹੁਤ ਬਹੁਤ ਜੀ। ਸੋ ਸਾਡੇ ਨਾਲ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ। ਜਿਸ ਤਰੀਕੇ ਦੇ ਨਾਲ ਕਿਸਾਨੀ ਸੰਘਰਸ਼, ਕਿਸਾਨੀ ਅੰਦੋਲਨ ਜਾਂ ਮੌਜੂਦਾ ਜਿਹੜੇ ਘਟਨਾਕ੍ਰਮ ਜੋ ਕੁਝ ਵਾਪਰ ਰਿਹਾ ਉਹਦੇ ਉੱਤੇ ਜਿਸ ਤਰੀਕੇ ਨਾਲ ਇਹਨਾਂ ਨੇ ਆਪਣੇ ਵਿਚਾਰ ਰੱਖੇ ਨੇ, ਬੇहद ਡੂੰਘੀਆਂ ਵਿਚਾਰਾਂ ਨੇ। ਇਹਨੂੰ ਸਮਝਣਾ ਚਾਹੀਦਾ, ਆਮ ਲੋਕ ਵੀ ਸਮਝਣ, ਕਾਰਪੋਰੇਟ ਘਰਾਣੇ ਵੀ ਸਮਝਣ, ਸਰਕਾਰ ਵੀ ਸਮਝੇ, ਸਭ ਨੂੰ ਪਤਾ ਲੱਗੇ ਕਿ ਆਖਿਰਕਾਰ ਕਿੱਥੇ ਚੀਜ਼ ਜਿਹੜੀ ਪੈਂਦੀ ਹੈ, ਜਿਸ ਕਾਰਨ ਜਿਹੜਾ ਗੱਲ ਇਹੀ ਹੁੰਦੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ। ਇਹਦੇ ਵਿੱਚ ਹੀ ਸਮਾਜ ਦਾ ਤੇ ਭਾਰਤ ਦਾ ਤੇ ਲੋਕਾਂ ਦਾ ਭਲਾ ਆ। ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।